ਹਰਿ ਰਾਮ ਬਾਣੀ ਗੁਰਬਾਣੀ ਲਾਗੇ, ਤਿਨ ਹੱਥ ਚੜਿਆ ਰਾਮ। ਧਨਾਸਰੀ ਮਹੱਲਾ ਪੰਜਵਾਂ। ਹਰ ਹਰ ਲੀਨੇ ਸੰਤ ਉਬਾਰ, ਹਰ ਕੇ ਦਾਸ ਕੀ ਚਿਤਵੈ ਬੁਰਿਆਈ, ਤਿਸ ਹੀ ਕਉ ਫਿਰ ਮਾਰ। ਰਹਾਉ। ਜਨ ਕਾ ਆਪ ਸਹਾਈ ਹੋਆ, ਨਿੰਦਕ ਭਾਗੇ ਹਾਰ। ਭ੍ਰਮਤ ਭ੍ਰਮਤ ਊਹਾਂ ਹੀ ਮੂਏ, ਬਾਹੁੜ ਗ੍ਰਹਿ ਨਾ ਮੰਝਾਰ। ਨਾਨਕ ਸ਼ਰਨ ਪਰਿਓ ਦੁਖ ਭੰਜਨ, ਗੁਣ ਗਾਵੈ ਸਦਾ ਅਪਾਰ। ਨਿੰਦਕ ਕਾ ਮੁਖ ਕਾਲਾ ਹੁਆ, ਦੀਨ ਦੁਨੀਆ ਕੈ ਦਰਬਾਰ। ਨਿੰਦਕ ਕਾ ਮੁਖ ਕਾਲਾ ਹੁਆ, ਦੀਨ ਦੁਨੀਆ ਕੈ ਦਰਬਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ, ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ, ਅਤੇ ਚੱਲ ਰਹੀ ਲੜੀਵਾਰ ਕਥਾ ਅੰਮ੍ਰਿਤਮਈ ਬਾਣੀ ਦੀ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੇ ਹਾਂ। ਇਹ ਪਾਵਨ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 674 'ਤੇ ਸੁਸ਼ੋਭਿਤ ਹੈ। ਧਨਾਸਰੀ ਮਹੱਲਾ ਪੰਜਵਾਂ। ਧਨਾਸਰੀ ਰਾਗ ਹੈ, ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਮਹਾਰਾਜ, ਪੰਜਵੇਂ ਨਾਨਕ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰ ਰਹੇ ਨੇ। ਹਰ ਹਰ ਲੀਨੇ ਸੰਤ ਉਬਾਰ। ਉਬਾਰ ਹੁੰਦਾ ਬਚਾ ਲੈਣਾ, ਬਚਾ ਲੈਣਾ। ਉਬਾਰ ਹੁੰਦਾ ਉੱਚਾ ਚੁੱਕ ਦੇਣਾ, ਤਾਂ ਨੂੰ ਚੱਕ ਦੇਣਾ, ਉਹਨੂੰ ਉਬਾਰ ਕਿਹਾ ਜਾਂਦਾ। ਇਹ ਜਿਹੜਾ ਸੰਸਾਰ ਹੈ, ਇਹਦੇ ਵਿੱਚ ਸੰਸਾਰਕ ਲੋਕ ਸਾਰੇ ਹੀ ਡੁੱਬ ਰਹੇ ਨੇ, ਡੁੱਬਦੇ ਹੀ ਜਾ ਰਹੇ ਨੇ, ਬਹੁਤ ਘੱਟ ਨੇ। ਸੋ ਜਿਹੜੇ ਤਾਂ ਨੂੰ ਨਿਕਲ ਆਏ, ਸਿਰ ਜਿਹੜਾ ਆ ਉਹ ਤਾਂ ਨੂੰ ਆ ਜਾਂਦਾ ਹੈ, ਉਹਨੂੰ ਉਬਾਰ ਕਿਹਾ ਜਾਂਦਾ ਹੈ। ਹੁਣ ਜਿਹਦਾ ਤਾਂ ਮੂੰਹ ਤਾਂ ਨੂੰ ਆ ਗਿਆ, ਉਹਨੂੰ ਸਾਹ ਵੀ ਆਉਂਦਾ, ਫਿਰ ਆਲੇ ਦੁਆਲੇ ਨਿਗਾਹ ਵੀ ਮਾਰਦਾ ਵੀ ਹਾਂ ਵੀ ਮੈਨੂੰ ਹੁਣ ਕੱਢ ਲਵੇ। ਹੁਣ ਜਿਹੜਾ ਡੁੱਬੇ ਹੀ ਗਿਆ, ਉਹਨੂੰ ਸਾਹ ਕਿੱਥੋਂ ਆਉਣਾ? ਉਹਨੇ ਆਲੇ ਦੁਆਲੇ ਨਿਗਾਹ ਵੀ ਕੀ ਮਾਰਨੀ ਆ, ਅਤੇ ਉਹਨੂੰ ਦਿਸਣਾ ਵੀ ਕੋਈ ਨਹੀਂ। ਜਿਹੜਾ ਤਰਦਾ ਆ ਜਾਂ ਕੋਈ ਬੇੜੀ ਆ ਜਾਂ ਕੋਈ ਕੰਢੇ 'ਤੇ ਖੜ੍ਹਾ, ਉਹਨੂੰ ਕੀ ਦਿਸਣਾ? ਇਸ ਕਰਕੇ ਜਿਹੜੇ ਸੰਸਾਰ ਦੇ ਵਿੱਚ ਡੁੱਬੇ ਹੋਏ ਨੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਿੱਦਾਂ ਬਚਣਾ। ਸੋ ਉਹਨਾਂ ਦਾ ਜੀਵਨ ਹੀ ਡੁੱਬਿਆਂ ਹੋਇਆਂ ਵਾਲਾ ਆ। ਉੱਥੇ ਹੀ ਆਪਣੇ ਆਨੰਦ ਵਿੱਚ ਬੈਠੇ, ਸੁੱਖ ਵਿੱਚ ਬੈਠੇ ਨੇ, ਕਰੇ ਇਹੀ ਸੁੱਖ ਹੈ। ਵਿਸ਼ੇ ਵਿਕਾਰਾਂ ਦਾ ਵੀ ਇੱਕ ਸੁੱਖ ਹੋਣਾ, ਵਿਸ਼ੇ ਵਿਕਾਰਾਂ ਵਿੱਚ ਡੁੱਬੇ ਪਏ ਨੇ। ਸੋ ਸਾਰੇ ਸੰਸਾਰ ਦੇ ਲੋਕ ਵਿਸ਼ੇ ਵਿਕਾਰਾਂ ਦੇ ਵਿੱਚ ਡੁੱਬੇ ਹੋਏ ਨੇ। ਮਹਾਰਾਜ ਨੇ ਸੋਲਾ ਆਪਾਂ ਪੜ੍ਹਦੇ ਹੀ ਹਾਂ ਰੋਜ਼। ਮਹਾਰਾਜ ਕਹਿੰਦੇ ਇਹ ਸੰਸਾਰ ਵਿਕਾਰ ਸੰਸੇਮ ਹੈ,
ਉੱਥੇ ਤਰਿਓ ਦੀ ਗੱਲ ਕਰਤੀ, ਤਰਿਓ ਬ੍ਰਹਮ ਗਿਆਨੀ। ਇਹਦਾ ਮਤਲਬ ਵਿਕਾਰਾਂ ਅਤੇ ਸੰਸ਼ਿਆਂ ਦਾ ਪਾਣੀ ਹੈ, ਵਿਕਾਰਾਂ ਅਤੇ ਸੰਸ਼ਿਆਂ ਦਾ ਪਾਣੀ ਹੈ ਸੰਸਾਰ ਦੇ ਵਿੱਚ। ਸੰਸ਼ੇ ਥੋੜ੍ਹੇ ਨੇ ਕਿਤੇ। ਸੰਸਾ ਕੀ ਹੈ? ਭਰਮ ਹੈ। ਸਾਰਾ ਸੰਸਾਰ ਭਰਮ ਦੇ ਵਿੱਚ ਡੁੱਬਿਆ ਹੋਇਆ ਪਿਆ। ਭਰਮ ਹੈ ਸਭਨਾਂ ਨੂੰ। ਜਿਹੜਾ ਨਾਮ ਜਪਣੇ ਵਾਲਾ ਬਾਣੀ ਪੜ੍ਹ ਰਿਹਾ ਹੈ ਉਹਨੂੰ ਫਿਰ ਉਭਾਰਿਆ ਸੰਤ। ਇੱਥੇ ਸੰਤ ਸ਼ਬਦ ਵਰਤਿਆ ਵੀ ਹੁਣ ਜਿਹੜਾ ਬਾਣੀ ਪੜ੍ਹਦਾ, ਬਾਣੀ ਸੁਣਦਾ, ਉਹਦੇ ਵਾਸਤੇ ਸੰਤ ਸ਼ਬਦ ਕਹਿ ਦਿੱਤਾ, ਉਹਨੂੰ ਹੀ ਉਭਾਰਿਆ। ਇਹ ਤਾਂ ਕਹਿ ਨਹੀਂ ਸਕਦੇ ਵੀ ਸੰਤਾਂ ਨੇ ਉਭਾਰਿਆ। ਸੋ ਇੱਥੇ ਆ ਵੀ ਜਿਹਨੇ ਨਾਮ ਜਪਿਆ, ਬਾਣੀ ਪੜ੍ਹੀ, ਬਾਣੀ ਹਰ ਹਰ ਲੀਨੇ ਸੰਤ ਉਭਾਰ, ਜਿਹੜਾ ਉਹਦਾ ਬਣ ਗਿਆ ਉਹਨੂੰ ਉਭਾਰਿਆ। ਹੁਣ ਕਿਤੇ ਸੰਤ ਉਪਦੇਸ਼ਕ ਹੈ, ਕਿਤੇ ਜਗ੍ਹਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਪਿਆਈ ਸੰਤ ਸਹਾਈ ਪ੍ਰੇਮ ਕੇ, ਹੈ ਨਾ। ਉੱਥੇ ਆ ਵੀ ਜਿਹੜਾ ਸੰਤ ਦਾ ਜੀਵਨ ਹੁੰਦਾ ਉਹਦੇ ਵੱਲ ਦੇਖ ਕੇ ਸਾਡੇ ਮਨ ਵਿੱਚ ਪ੍ਰੇਮ ਪੈਦਾ ਹੁੰਦਾ। ਜੇ ਕੋਈ ਅੜਚਣ ਆਉਂਦੀ ਹੈ ਅਤੇ ਫਿਰ ਉਹਨੂੰ ਪੁੱਛ ਲਈਦਾ, ਉਹਨੂੰ ਪੁੱਛ ਲਈਦਾ ਵੀ ਹਾਂ ਕਿਵੇਂ ਇੱਥੋਂ ਅੜਚਣ ਨੂੰ ਪਾਰ ਕਰਨਾ। ਹੁਣ ਹਰ ਹਰ ਲੀਨੇ ਸੰਤ ਉਭਾਰ। ਹੁਣ ਇੱਥੇ ਆ ਵੀ ਜਿਹੜਾ ਨਾਮ ਜਪਣੇ ਵਾਲਾ ਉਹਨੂੰ ਸੰਤ ਕਹਿ ਦਿੱਤਾ, ਜਿਹੜਾ ਬਾਣੀ ਪੜ੍ਹ ਰਿਹਾ ਉਹਨੂੰ ਸੰਤ ਕਹਿ ਦਿੱਤਾ। ਸੋ ਉਹ ਜਪਦਾ ਆ, ਪੜ੍ਹਦਾ, ਸਮਝ ਨਹੀਂ ਪੈ ਰਹੀ, ਹੁਣ ਉਹਨੂੰ ਉਭਾਰਦਾ, ਉਹਨੂੰ ਤਾਂ ਚੱਕ ਲਿਆ ਵੀ ਦੇਖ ਜਿਹੜਾ ਨਿਗਾਹ ਮਾਰ ਆਲੇ ਦੁਆਲੇ ਤੈਨੂੰ ਸਮਝ ਵਾਲੇ ਵੀ ਮਿਲ ਜਾਣੇ ਨੇ। ਤੁਰਤੇ ਕੋ ਤੁਰਤਾ ਮਿਲੇ, ਉੜਤੇ ਕੋ ਉੜਤਾ। ਸੋ ਇੰਝ ਨਾਮ ਜਪਣੇ ਵਾਲਿਆਂ ਨੂੰ ਨਾਮ ਜਪਣੇ ਵਾਲੇ ਮਿਲਦੇ ਨੇ, ਬਾਣੀ ਦੀ ਵਿਚਾਰ ਵਾਲੇ ਮਿਲ ਜਾਂਦੇ ਨੇ। ਕੋਈ ਬਾਣੀ 'ਚ ਸਾਰਾ ਉਪਦੇਸ਼ ਲਿਖਿਆ ਹੋਇਆ। ਬਾਣੀ ਦੇ ਵਿੱਚ ਹਰ ਇੱਕ ਸੰਸ਼ੇ ਦਾ ਹੱਲ ਹੈ, ਹਰ ਇੱਕ ਸਵਾਲ ਦਾ ਹੱਲ ਹੈ। ਬਾਣੀ ਹੀ ਹੈ ਜਿਹਦੇ ਵਿੱਚ ਲੋਕ ਅਤੇ ਪਰਲੋਕ ਦੀਆਂ ਗੱਲਾਂ ਕੀਤੀਆਂ। ਬਾਣੀ ਹੀ ਹੈ ਜਿਹਦੇ ਵਿੱਚ ਘਰ ਵਿੱਚ ਕਿੱਦਾਂ ਰਹਿਣਾ ਉਹ ਦੱਸਿਆ ਹੋਇਆ, ਬਾਹਰ ਕਿੱਦਾਂ ਰਹਿਣਾ ਉਹ ਦੱਸਿਆ ਹੋਇਆ। ਸੋ ਹਰੇਕ ਗੱਲ, ਇਕੱਲੀ ਇਕੱਲੀ ਗੱਲ ਜਿਹੜੀ ਹੈ ਉਹ ਬਾਣੀ ਵਿੱਚ ਦੱਸੀ ਹੋਈ ਆ। ਕੀ ਖਾਣਾ, ਕੀ ਪੀਣਾ, ਕਿੱਦਾਂ ਸੌਣਾ, ਕਿੱਦਾਂ ਉੱਠਣਾ। ਇੱਦਾਂ ਹੈ ਕੋਈ ਐਸਾ ਸੋ ਧਰਮ ਜਿਹਦੇ ਵਿੱਚ ਇਕੱਲੀ ਇਕੱਲੀ ਗੱਲ ਲਿਖੀ ਹੋਵੇ। ਇਸ ਕਰਕੇ ਪੂਰਨ ਧਰਮ, ਸੋ ਪਰਿਪੂਰਨ, ਪੂਰਾ, ਇਹਦੇ ਵਿੱਚ ਕੋਈ ਅਧੂਰਾਪਨ ਨਹੀਂ ਹੈ। ਹੁਣ ਇਹਨੂੰ ਜਿਹੜਾ ਫੋਲੋ ਕਰਦਾ ਉਹਨੂੰ ਤਾਂ ਪੂਰਾ ਬਣਨਾ ਹੀ ਹੈ ਨਾ। ਜਦੋਂ ਫੋਲੋ ਕਰਨਾ ਉਹਦੇ ਵੱਲ ਕਚਿਆਈ ਹੈ। ਜਦੋਂ ਫੋਲੋ ਕਰਨਾ ਸ਼ੁਰੂ ਕੀਤਾ ਉਹ ਕਚਿਆਈ ਜਿਹੜੀ ਸੀ, ਕੱਚਾਪਨ ਹੌਲੀ ਹੌਲੀ ਫਿਰ ਨਿਕਲਦਾ, ਉਹ ਨਿਕਲ ਲੈਣ ਦੇਣਾ ਚਾਹੀਦਾ। ਜਦੋਂ ਕਚਿਆਈ ਨਿਕਲਦੀ ਹੈ ਨਾ, ਮਾੜਾਪਨ ਨਿਕਲਦਾ, ਉਹਨੂੰ ਨਿਕਲ ਲੈਣ ਦੇਣਾ ਚਾਹੀਦਾ, ਕਿਉਂਕਿ ਉਹ ਖਾਲੀ ਜਗ੍ਹਾ ਨਹੀਂ ਰਹੇਗੀ। ਉਹਦੀ ਜਗ੍ਹਾ ਸੱਚ ਨੇ ਲੈ ਲੈਣੀ, ਉਹਦੀ ਜਗ੍ਹਾ ਬਾਣੀ ਨੇ ਲੈ ਲੈਣੀ ਹੈ। ਕੱਚ ਜਿੰਨੀ ਛੇਤੀ ਹੋ ਸਕੇ ਨਿਕਲ ਜਾਵੇ। ਕੱਚ ਕੀ ਹੈ? ਸੰਸਾਰ ਦੀਆਂ ਗੱਲਾਂ, ਵਿਚਾਰਾਂ। ਸੰਸਾਰ ਦੀ ਨਿੰਦਿਆ ਵੀ ਕੱਚ ਹੈ, ਸੰਸਾਰ ਦੀ ਉਸਤਤੀ ਵੀ ਕੱਚ ਹੈ। ਇਹ ਦੋਨੋਂ ਚੀਜ਼ਾਂ ਕੱਚ ਨੇ। ਤਦੇ ਮਹਾਰਾਜ ਨੇ ਕਹਿਤਾ ਤਾਂ ਉਸਤਤ ਨਿੰਦਿਆ ਦੋ ਤਿਆਗੈ। ਜੇ ਤਾਂ ਨੂੰ ਉੱਠਣਾ, ਜੇ ਸੰਸਾਰ ਤੋਂ ਤਰਨਾ, ਹੇ ਐਸੇ ਲੋਗਨ ਸਿਉ ਕਿਆ ਕਹੀਏ, ਗੱਲਾਂ ਬਣਾਉਣੇ ਵਾਲੇ ਨਾ। ਜੋ ਪ੍ਰਭ ਕੀਏ ਭਗਤ ਤੇ ਬਾਹਜ। ਭਗਤੀ ਦੀ ਗੱਲ ਹੈ ਨਹੀਂ ਕੋਈ, ਭਗਤੀ ਤੋਂ ਬਾਹਰ ਬੈਠੇ ਨੇ। ਉਹਨਾਂ ਨੇ ਦੂਜਿਆਂ ਨੂੰ ਹੀ ਵੇਖਣਾ ਵੀ ਕੌਣ ਕੀ ਕਰਦਾ ਹੈ। ਤਿੰਨ ਤੇ ਸਦਾ ਡਰਾਨੇ ਰਹੀ ਹੈ, ਉਹ ਤੋਂ ਡਰਨਾ ਹੀ ਚੰਗਾ, ਉਹਨਾਂ ਤੋਂ ਪਿੱਛੇ ਹੀ ਚੰਗਾ। ਕਹਿੰਦੇ ਉਭਰਾਂਗੇ ਤਾਂ ਤਦੇ ਹੀ ਹੈ ਨਾ, ਤਦੇ ਹੀ ਬਚਾਂਗੇ। ਜੇ ਨਿੰਦਿਆ ਵੱਲ ਵੀ ਧਿਆਨ ਚਲਿਆ ਗਿਆ, ਉਸਤਤੀ ਵੱਲ ਵੀ ਧਿਆਨ ਚਲਾ ਗਿਆ, ਨਹੀਂ ਉੱਭਰ ਸਕਦੇ, ਕਦੀ ਵੀ ਨਹੀਂ ਉੱਭਰ ਸਕਦੇ। ਸੋ ਧਿਆਨ ਕਿਤੇ ਰੱਖਣਾ। ਕਹਿੰਦੇ ਭਾਈ ਬਾਣੀ ਪੜ੍ਹੋ, ਬਾਣੀ ਸੁਣੋ। ਸੋ ਫੇਰ ਮਹਾਰਾਜ ਆ ਵੀ ਉਭਾਰਦਾ, ਹਰ ਹਰ ਲੀਨੇ ਸੰਤ ਉਭਾਰ। ਅਗਲੀ ਪੰਕਤੀ 'ਚ ਕਹਿੰਦੇ ਹਰ ਕੇ ਦਾਸ ਕੀ ਚਿਤਵੈ ਬੁਰਿਆਈ, ਤਿਸ ਹੀ ਕਉ ਫਿਰ ਮਾਰ। ਜਿਹੜੇ ਭਗਤ ਨੇ ਨਾ, ਭਗਤੀ ਹੁੰਦੀ ਹੀ ਦਾਸ ਬਣ ਕੇ ਆ, ਸੇਵਕ ਬਣ ਕੇ। ਦਾਸ ਸ਼ਬਦ ਕੋਈ ਛੋਟਾ ਜਿਹਾ ਨਹੀਂ। ਕਹਿਣ ਦੇ ਨਾਲ ਤਾਂ ਕੋਈ ਦਾਸ ਨਹੀਂ ਬਣ ਜਾਂਦਾ, ਕਹਿਣ ਦੇ ਨਾਲ ਕੋਈ ਭਗਤ ਨਹੀਂ ਬਣ ਜਾਂਦਾ, ਕਹਿਣ ਦੇ ਨਾਲ ਕੋਈ ਗੁਰਮੁਖ ਗੁਰਸਿੱਖ ਨਹੀਂ ਬਣ ਜਾਂਦਾ। ਆਪਾਂ ਤਾਂ ਇੱਕ ਸੰਤ ਸ਼ਬਦ ਆ, ਸੰਤ ਦੋ ਸ਼ਬਦ ਆਉਂਦੇ, ਇੱਕ ਸੰਤ ਇੱਕ ਸਾਧ। ਇਹਦੇ ਦੁਆਲੇ ਅਸੀਂ ਵਾਹਵਾ ਡੰਡਾ ਚੁੱਕ ਲਿਆ ਨਾ ਵੀ ਕੋਈ ਸੰਤ ਨਹੀਂ, ਕੋਈ ਸਾਧ ਨਹੀਂ। ਭਾਈ ਗੁਰਸਿੱਖ ਵੀ ਗੁਰਮੁਖ ਵੀ ਬਣਨਾ ਕੋਈ ਸੌਖਾ ਨਹੀਂ ਹੈ। ਮਹਾਰਾਜ ਕਹਿੰਦੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ।
ਗੁਰਸਿੱਖ ਬਣਨਾ ਕਿਤੇ ਸੌਖਾ। ਗੁਰਸਿੱਖ ਜਿਹੜਾ ਹੁੰਦਾ ਉਹ ਹਰ ਵਕਤ ਗੁਰੂ ਦੀ ਸਿੱਖਿਆ ਲੈਣ ਲਈ ਤਿਆਰ ਹੈ। ਗੁਰਸਿੱਖ ਜਿਹੜਾ ਹੁੰਦਾ ਗੁਰੂ ਨੂੰ ਸਲਾਹ ਨਹੀਂ ਕਦੀ ਦਿੰਦਾ, ਗੁਰੂ ਦੀ ਗੱਲ ਮੰਨਦਾ ਆ ਔਰ ਆਪਣੇ ਜੀਵਨ ਦੇ ਉੱਤੇ ਇੰਨ ਬਿੰਨ ਲਾਗੂ ਕਰਦਾ। ਗੁਰਸਿੱਖ ਕਦੀ ਵਿਚਾਰ ਨਹੀਂ ਕਰਦਾ ਵੀ ਗੁਰੂ ਨੇ ਕੀ ਕਹਿ ਦਿੱਤਾ ਮੈਨੂੰ, ਮਤਲਬ ਚੰਗਾ ਜਾਂ ਮਾੜਾ, ਇਹਦੀ ਬਾਰੇ ਵਿਚਾਰ ਨਹੀਂ ਕਰਦਾ। ਉਹਨੂੰ ਇਹ ਹੁੰਦਾ ਵੀ ਜੋ ਕਿਹਾ ਉਹਨੇ ਮੇਰੇ ਵਾਸਤੇ ਚੰਗਾ ਹੀ ਕਿਹਾ, ਜੋ ਕਰ ਦਿੱਤਾ ਮੇਰੇ ਵਾਸਤੇ ਚੰਗਾ ਹੀ ਕਰ ਦਿੱਤਾ। ਗੁਰਸਿੱਖ ਦਾ ਬਣਨਾ ਸਭ ਤੋਂ ਕਠਿਨ ਹੈ, ਬਹੁਤ ਕਠਿਨ ਹੈ। ਅਤੇ ਅਸੀਂ ਸੁਰਾ 2 ਸ਼ਬਦ ਨੇ ਜਿਨ੍ਹਾਂ ਦੇ ਦੁਆਲੇ ਹੋ ਗਏ ਹਾਂ। ਅਤੇ ਜਿਹੜੇ ਸਾਧਨਾ ਕਰਨੇ ਵਾਲੇ ਨੇ, ਹੈ ਨਾ, ਸਾਧਨਾ ਕਰ ਰਹੇ ਨੇ, ਸਾਧਕ ਨੇ, ਤੁਰਦੇ ਪਏ ਨੇ, ਸੋ ਇੱਦਾਂ ਕੋਈ ਸਾਧਨਾ ਨਹੀਂ ਕਰੇਗਾ। ਗੁਰੂ ਸਾਹਿਬ ਜੀ ਨੇ ਗੁਰਸਿੱਖਾਂ ਨੂੰ ਹੀ ਸਾਧ ਸ਼ਬਦ ਨਾਲ ਪੁਕਾਰਿਆ, ਗੁਰਸਿੱਖਾਂ ਨੂੰ ਹੀ ਸੰਤ ਸ਼ਬਦ ਦੇ ਨਾਲ ਪੁਕਾਰਿਆ। ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆ ਰਹੇ ਨੇ ਉਪਦੇਸ਼ ਲੈਣ ਵਾਸਤੇ, ਕਿਹੜੇ ਲਫ਼ਜ਼ ਨਾਲ ਮਹਾਰਾਜ ਬੁਲਾਉਣ? ਫਿਰ ਕਿਸੇ ਨੂੰ ਮਿੱਤਰ ਕਹਿ ਦਿੱਤਾ, ਕਿਸੇ ਨੂੰ ਭਾਈ ਕਹਿ ਦਿੱਤਾ, ਕਿਸੇ ਨੂੰ ਸਿੱਖ ਕਹਿ ਦਿੱਤਾ, ਕਿਸੇ ਨੂੰ ਗੁਰਮੁਖ ਕਹਿ ਦਿੱਤਾ। ਇਹ ਸ਼ਬਦ ਜੇ ਦਿੱਤੇ ਹੋਏ ਨੇ ਅਤੇ ਉਹਨਾਂ ਦੀ ਪਰਿਭਾਸ਼ਾ ਵੀ ਨਾਲ ਦਿੱਤੀ ਹੋਈ ਹੈ। ਸੋ ਕੱਲ੍ਹ ਨੂੰ ਸੋ ਇਹ ਕਿਤੇ ਇਹ ਸ਼ਬਦਾਂ ਦੇ ਜਾਲ ਵਿੱਚ ਕੋਈ ਫਸਾ ਨਾ ਲਵੇ ਸਾਨੂੰ। ਕੱਲ੍ਹ ਨੂੰ ਸਾਨੂੰ ਇੱਕ ਜੇ ਮਹਾਰਾਜ ਨੇ ਸਾਧ ਸ਼ਬਦ ਵਰਤਿਆ, ਸੰਤ ਸ਼ਬਦ ਵਰਤਿਆ, ਇਹਦੇ ਹੱਕ ਵਿੱਚ ਵੀ ਵਿਰੋਧ ਵਿੱਚ ਵੀ ਦੋਨੇ ਤਰ੍ਹਾਂ ਮਿਲਣੇ ਨੇ। ਹੁਣ ਬਾਣੀ ਦੇ ਵਿੱਚ ਸਾਧ ਦੀ ਵੀ ਪਰਿਭਾਸ਼ਾ, ਸੰਤ ਦੀ ਵੀ ਪਰਿਭਾਸ਼ਾ ਮਹਾਰਾਜ ਨੇ ਦਿੱਤੀ ਹੋਈ ਹੈ। ਉਹ ਦੇਖੋ ਬਾਣੀ ਹੀ ਕਹਿੰਦੀ ਪਈ ਹੈ, ਕਿਸੇ ਦੀਆਂ ਗੱਲਾਂ ਮਗਰ ਨਾ ਜਾਵੋ। ਜਿਹੜੀ ਬੰਦਗੀ ਕਰਨੀ ਹੈ ਨਾ, ਦਾਸ ਬਣ ਕੇ, ਸੇਵਕ ਬਣ ਕੇ ਬੰਦਗੀ ਕਰਨੀ ਕਿਤੇ ਸੌਖੀ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਵੀ ਦਾਸ ਬਣ ਕੇ ਤੂੰ ਭਗਤੀ ਕਰੀ ਜਾ, ਬਾਣੀ ਪੜ੍ਹੀ ਜਾ, ਨਾਮ ਜਪੀ ਜਾ, ਬਾਕੀ ਸਾਰਾ ਕੰਮ ਰੱਬ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਉਹ ਤੇਰੇ ਅੰਗ ਸੰਗ ਹੁੰਦੇ ਨੇ, ਸਾਰੇ ਕੰਮ ਉਹਨੇ ਕਰੀ ਜਾਣੇ ਨੇ। ਅਤੇ ਪਹਿਲੀ ਗੱਲ ਤਾਂ ਕਦੀ ਭੁੱਲ ਕੇ ਜਿਹੜਾ ਬੰਦਗੀ ਕਰਨੇ ਵਾਲਾ ਉਹਦੀ ਕਿਤੇ ਬਰਿਆਈ ਚੇਤੇ ਵੀ ਨਾ ਮਨ ਵਿੱਚ ਲੈ ਕੇ ਆਵੇਂ। ਕਿਉਂਕਿ ਹਰ ਕੇ ਦਾਸ ਕੀ ਚਿਤਵੈ ਬੁਰਿਆਈ, ਇਹ ਜਿਹੜਾ ਦਾਸ ਹੁੰਦਾ ਨਾ ਉਹਦੇ 'ਤੇ ਆਪਣੇ 'ਤੇ ਇਹ ਉਹ ਘਟਾਉਂਦਾ, ਪਹਿਲੋਂ ਆਪਣੇ 'ਤੇ ਲਾਗੂ ਕਰਦਾ। ਭਾਈ ਜਿਹੜਾ ਉਹਦਾ ਦਾਸ ਬਣ ਗਿਆ, ਸੇਵਕ ਬਣ ਗਿਆ, ਉਹਦੀ ਗੱਲ ਕਰਨੀ ਤਾਂ ਬੜੀ ਦੂਰ ਦੀ ਬਾਤ ਹੈ। ਮਨ ਦੇ ਵਿੱਚ ਉਹਦੀ ਬਰਿਆਈ ਲੈ ਕੇ ਵੀ ਨਹੀਂ ਆਉਣੀ, ਨਹੀਂ, ਚਿੱਤ ਵਿੱਚ ਨਹੀਂ ਲੈ ਕੇ ਆਉਣੀ। ਜੇ ਮੈਂ ਕਿਤੇ ਮਨ ਵਿੱਚ ਬਰਿਆਈ ਲੈ ਕੇ ਆ ਗਿਆ, ਤਿਸ ਹੀ ਕਉ ਫਿਰ ਮਾਰ, ਉਹ ਬਰਿਆਈ ਦੀ ਮਾਰ ਮੇਰੇ 'ਤੇ ਪੈ ਜਾਣੀ। ਜੋ ਮੈਂ ਕਹਿ ਰਿਹਾ ਨਾ, ਸੋ ਕਹਿ ਖਾਸ ਤੌਰ 'ਤੇ ਉਹ ਤਾਂ ਨਿੰਦਾ ਤਾਂ ਕਿਸੇ ਦੀ ਵੀ ਚੰਗੀ ਨਹੀਂ ਹੈ, ਨਿੰਦਾ ਤਾਂ ਸਭਨਾਂ ਦੀ ਮਾੜੀ ਹੈ। ਪਰ ਜਿਹੜਾ ਉਹਦਾ ਦਾਸ ਹੀ ਬਣ ਗਿਆ, ਉਹਦਾ ਸੇਵਕ ਬਣਿਆ, ਉਹਦੀ ਜੇ ਬਰਿਆਈ ਮੈਂ ਕਰਦਾ ਨਹੀਂ, ਮਨ ਵਿੱਚ ਹੀ ਲੈ ਕੇ ਆਉਂਦੀ ਹੈ। ਮੁੱਖ 'ਚੋਂ ਉਹਨੂੰ ਚੰਗਾ ਕਹੀ ਜਾਵਾਂ ਅਤੇ ਮਨ ਵਿੱਚ ਬੜੀ ਬਰਿਆਈ ਹੈ। ਅਤੇ ਮਹਾਰਾਜ ਕਹਿੰਦੇ ਫਿਰ ਉਹ ਜਿਹੜੀ ਬਰਿਆਈ ਆ ਨਾ ਉਹਦੇ 'ਤੇ ਪੈਂਦੀ ਹੈ। ਤਿਸ ਹੀ ਕਉ ਫਿਰ ਮਾਰ। ਇਸ ਕਰਕੇ ਇਹਨਾਂ ਗੱਲਾਂ ਨੂੰ ਰੱਬ ਦੇ ਪਿਆਰੇ ਨਾ ਬੜੀ ਸੀਰੀਅਸਲੀ ਲੈਂਦੇ ਨੇ। ਨਹੀਂ ਭਾਈ, ਨਾ ਨਿੰਦਿਆ ਕਰਨੀ, ਨਾ ਨਿੰਦਿਆ ਸੁਣਨੀ। ਨਿੰਦਿਆ ਤਾਂ ਮੈਂ ਕਿਸੇ ਦੀ ਗੱਲ ਤਾਂ ਮੈਂ ਤਾਂ ਕਰਾਂ ਜੇ ਮੈਂ ਖੁਦ ਪਰਫੈਕਟ ਹੋਵਾਂ। ਹੁਣ ਮਹਾਰਾਜ ਖੁਦ ਕਹਿੰਦੇ ਨੇ, ਕਹਿੰਦੇ ਭਈ ਜਿੱਦਾਂ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਨਿੰਦਿਆ ਕੀ ਹੁੰਦੀ ਹੈ? ਔਗਣਾਂ ਦੀ ਨਿੰਦਿਆ ਹੁੰਦੀ ਹੈ। ਜੇ ਨਿੰਦਿਆ ਕਰਨ ਦਾ ਸ਼ੌਂਕ ਹੀ ਹੈ ਤਾਂ ਆਪਣੀ ਕਰ ਲਓ। ਤਾਂ ਆਪਾਂ ਕਿਹੜਾ ਕਿਤੇ ਗੁਣਾਂ ਦੇ ਭਰੇ ਹੋਏ ਹੈ। ਆਪਣੇ ਆਪ ਨੂੰ ਫੋਲ ਕੇ ਦੇਖ ਲਓ, ਇੱਕ ਵੀ ਨਹੀਂ ਗੁਣ ਨਿਕਲਣਾ। ਜੇ ਆਪਣੇ ਆਪ ਨੂੰ ਅਸੀਂ ਫੋਲੀਏ, ਗੁਣ ਨਿਕਲੂਗਾ? ਕੋਈ ਨਹੀਂ ਨਿਕਲਦਾ ਗੁਣ। ਔਗਣਾਂ ਦਾ ਭਰਿਆ ਹੋਇਆ ਹੈ, ਗੰਦਗੀ ਹੈ ਨਿਰੀ। ਵਿਚਾਰ ਦੇਖ ਲਓ, ਆਪਣੀ ਵਿਚਾਰ ਕੀ ਕਹਿੰਦੀ ਹੈ, ਆਪਣੀ ਸੋਚ ਕੀ ਕਹਿੰਦੀ ਹੈ। ਸੋ ਉਹਦੇ ਵਿੱਚ ਨਿਰਾ ਗੰਦਬੰਦ ਭਰਿਆ ਹੋਇਆ। ਰੱਜ ਕੇ ਨਿੰਦਿਆ ਕਰ ਲਓ ਜਿੰਨੀ ਆਪਾਂ ਆਪਣੀ ਕਰ ਸਕਦੇ ਹਾਂ। ਉਹਦੇ ਨਾਲ ਸਾਨੂੰ ਫਾਇਦਾ, ਜਿੰਨੀ ਅਸੀਂ ਖੁਦ ਆਪਣੇ ਆਪ ਦੀ ਨਿੰਦਿਆ ਕਰਾਂਗੇ, ਉਹ ਜਿਹੜੀ ਮੈਲ ਉਹ ਧੋਤੀ ਜਾਊਗੀ, ਮੈਲ ਧੋਤੀ ਜਾਣੀ। ਜੇ ਦੂਸਰੇ ਦੀ ਨਿੰਦਿਆ ਕਰਾਂਗੇ, ਮੈਲ ਸਾਨੂੰ ਚੜ੍ਹਨੀ ਹੈ। ਉਹ ਜਿਹੜੇ ਬਰਿਆਈ ਆ ਨਾ, ਉਹਦੀ ਮਾਰ ਵੀ ਤਾਂ ਪੈਂਦੀ ਹੁੰਦੀ ਹੈ। ਬਰਿਆਈ ਦੀ ਮਾਰ ਬੜੀ ਭੈੜੀ ਹੁੰਦੀ ਹੈ, ਅਤੇ ਉਹ ਬਰਿਆਈ ਦੀ ਮਾਰ ਫਿਰ ਉੱਤੇ ਪੈਂਦੀ ਹੁੰਦੀ। ਜਦੋਂ ਪੈ ਜਾਂਦੀ ਫਿਰ ਪਤਾ ਲੱਗਦਾ। ਉਹਦਾ ਨਿੰਦਿਆ ਦਾ ਸਵਾਦ ਤਾਂ ਬੜਾ ਹੁੰਦਾ। ਜਦੋਂ ਬੰਦਾ ਨਿੰਦਿਆ ਕਰਦਾ ਨਾ, ਬੜਾ ਸਵਾਦ ਆਉਂਦਾ ਇਸ ਨੂੰ। ਗੁਰੂ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਵੀ ਜਦੋਂ ਨਿੰਦਕ ਮੁਖ ਅੰਬ ਪਿਆ, ਆ ਚੂਸਣੇ ਵਾਲੇ ਜਿਹੜੇ ਅੰਬ ਹੁੰਦੇ ਨੇ, ਇੱਕ ਵਾਰੀ ਉਹਦਾ ਚੂਸਾ ਲਾ ਲਓ,
ਬਾਰ ਬਾਰ ਮੂੰਹ 'ਚ ਪਾਉਂਦਾ, ਹੋਰ ਕੋਈ ਐਸਾ ਪਦਾਰਥ ਨਹੀਂ ਸੋ ਜਿਹਨੂੰ ਇਹ ਬਾਰ ਬਾਰ ਆਪਣੇ ਮੂੰਹ 'ਚ ਪਾਵੇਗਾ। ਕੋਈ ਹੈਗਾ ਐਸਾ ਫਲ? ਨਾ। ਸੋ ਇੱਕ ਵਾਰੀ ਰੋਟੀ ਦੀ ਬੁਰਕੀ ਮੂੰਹ 'ਚ ਪਾ ਲਈ, ਕੱਢ ਕੇ ਮੁੜ ਕੇ ਨਹੀਂ ਦੁਬਾਰਾ ਪਾਉਂਦਾ। ਅੰਬ ਵਾਰ ਵਾਰ ਆਪਣੀ ਹੀ ਜੂਠ ਨੂੰ ਮੂੰਹ ਦੇ ਵਿੱਚ ਵਾਰ ਵਾਰ ਪਾਈ ਜਾਂਦਾ, ਆਪਣੀ ਜੂਠ ਵਾਰ ਵਾਰ ਚੂਸਦਾ ਪਿਆ, ਕਿਉਂਕਿ ਸਵਾਦ ਲੱਗ ਗਿਆ। ਨਿੰਦਿਆ ਦਾ ਸਵਾਦ ਹੀ ਐਸਾ ਹੈ। ਪਰ ਮਾਰ ਪੈਂਦੀ ਹੈ, ਉਹ ਮਾਰ ਵੀ ਬੜੀ ਭੈੜੀ ਹੁੰਦੀ ਹੈ, ਉਹ ਨਹੀਂ ਸਹੀ ਜਾਂਦੀ। ਜਦੋਂ ਸਮਾਂ ਕਿਸੇ ਦੇ ਨਾਲ ਲਿਹਾਜ਼ ਨਹੀਂ ਕਰਦਾ, ਫਿਰ ਜਦੋਂ ਮਾਰ ਪੈਂਦੀ ਆ, ਨਾ ਅੱਜ ਤੱਕ ਕਿਸੇ ਕੋ ਸਹੀ ਗਈ ਆ, ਨਾ ਕੋਈ ਸਹਿ ਸਕਦਾ ਜਦੋਂ ਮਾਰ ਪੈਂਦੀ ਹੈ। ਔਰ ਇਹ ਹੋ ਹੀ ਨਹੀਂ ਸਕਦਾ ਕੋਈ ਹਰ ਕੇ ਦਾਸ ਕੀ ਨਿੰਦਿਆ ਕਰੇ ਤਾਂ ਉਹਨੂੰ ਮਾਰ ਨਾ ਪਵੇ। ਸੋ ਇਸ ਕਰਕੇ ਇਹ ਤੋਂ ਤਾਂ ਬਚਣਾ ਚਾਹੀਦਾ ਜਿੰਨਾ ਹੋ ਸਕੇ, ਜਿੰਨਾ ਵੀ ਹੋ ਸਕੇ। ਉਹ ਦਾਸ ਉਹੀ ਆ ਜਿਹੜਾ ਇਹ ਦੇਖਦਾ ਹੀ ਨਹੀਂ ਵੀ ਭਾਈ ਇਹ ਚੰਗਾ ਜਾਂ ਮਾੜਾ। ਇਹ ਵੀ ਨਾਲ ਗੱਲ ਹੈ, ਐਵੇਂ ਜਣਾ ਖਣਾ ਦਾਸ ਬਣੀ ਜਾਵੇ। ਮੈਂ ਦਾਸ ਹੈ, ਮੈਂ ਬਾਣੀ ਪੜ੍ਹਦਾ ਜੀ, ਮੈਂ ਕਥਾ ਕੀਰਤਨ ਕਰਦਾ, ਖਰੇ ਮੈਂ ਹੀ ਦਾਸ ਹੈ ਨਾ। ਸੋ ਦਾਸ ਉਹ ਹੈ ਜਿਹੜਾ ਆਪਣੇ ਆਪ ਨੂੰ ਸਭ ਤੋਂ ਮਾੜਾ ਅੰਤਰ ਆਤਮੇ ਸਮਝੇ ਵੀ ਭਾਈ ਨਹੀਂ ਇਹ ਔਗਣ ਨੇ ਮੇਰੇ ਵਿੱਚ ਆ ਵੀ ਔਗਣ ਨੇ। ਆਪਣੇ ਹੀ ਔਗਣਾਂ ਨੂੰ ਫੁੱਲਣੇ ਵਾਲਾ ਉਹਨੂੰ ਦਾਸ ਕਹਿ ਸਕਦੇ ਹਾਂ। ਦੂਸਰਿਆਂ ਦੇ ਔਗਣਾਂ ਨੂੰ ਫਿਰਨੇ ਵਾਲਾ, ਫੁੱਲਣੇ ਵਾਲਾ, ਜਿੱਦਾਂ ਕਾਂ ਉਹ ਵਿਸ਼ਟਾ 'ਚ ਚੁੰਝ ਮਾਰਦਾ ਹੈ ਨਾ, ਉਹ ਕਾਂ ਤੋਂ ਵੱਧ ਕੇ ਹੋਰ ਹੋ ਹੀ ਨਹੀਂ ਸਕਦਾ। ਬਾਰ ਬਾਰ ਚੁੰਝ ਮਾਰੀ ਜਾਂਦਾ, ਵਿਸ਼ਟਾ ਦੇ ਵਿੱਚ ਵਾਰ ਵਾਰ ਚੁੰਝ ਮਾਰੀ ਜਾਂਦਾ ਹੈ। ਹੋਰ ਕੀ ਕਾਂ ਹੀ ਆ, ਹੋਰ ਕੀ ਹੈ। ਸੋ ਹਰ ਕੇ ਦਾਸ ਕੀ ਚਿਤਵੈ ਬੁਰਿਆਈ, ਕਦੀ ਚੇਤੇ ਵਿੱਚ ਵੀ ਉਹ ਬੁਰਿਆਈ ਨਹੀਂ ਲੈ ਕੇ ਆਉਣੀ। ਜੇ ਲੈਣ ਦੀ ਕਹਿੰਦੇ ਮਾਰ ਪੈਣੀ, ਉਸ ਮਾਰ ਤੋਂ ਕੋਈ ਬਚਾ ਕੇ ਦਿਖਾ ਲੇ, ਉਸ ਮਾਰ ਤੋਂ ਕੋਈ ਬਚਾ ਨਹੀਂ ਸਕਦਾ। ਕਹਿੰਦੇ ਰਹਾਓ, ਜਨ ਕਾ ਆਪ ਸਹਾਈ ਹੁਆ, ਨਿੰਦਕ ਭਾਗੇ ਹਾਰ। ਇਤਿਹਾਸ ਗਵਾਹ ਹੈ। ਸੋ ਜਿਹੜੇ ਜਨ ਬਣ ਗਏ ਹੈ ਨਾ, ਜੇ ਕਬੀਰ ਸਾਹਿਬ ਨੇ ਜਨ ਦੀ ਗੱਲ ਕੀਤੀ, ਦਾਸ ਦੀ ਗੱਲ ਕੀਤੀ, ਇਹਦਾ ਮਤਲਬ ਦਾਸ ਸੀ, ਉਹ ਜਨ ਸੀ, ਤਦੇ ਉਹਨੇ ਫੈਸਲਾ ਲਿਆ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਇਹਦਾ ਮਤਲਬ ਜਨ ਸੀਗੇ। ਅਤੇ ਫਿਰ ਜਿਨ੍ਹਾਂ ਨੇ ਕਬੀਰ ਦੀ ਨਿੰਦਿਆ ਕੀਤੀ, ਬੁਰਾ ਚਿਤਵਿਆ, ਉਹਨਾਂ ਦਾ ਹਾਲ ਕੀ ਹੋਇਆ? ਹਸ਼ਰ ਉਹਨਾਂ ਦਾ ਮਾੜਾ ਹੀ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੰਕਾਰੀਆਂ, ਜਿਹੜਾ ਸ਼ਬਦ ਹੰਕਾਰੀ ਸ਼ਬਦ ਵਰਤਿਆ ਨਾ, ਜਦੋਂ ਮੈਂ ਕਿਸੇ ਦੇ ਅਵਗੁਣਾਂ ਨੂੰ ਤੱਕਦਾ, ਜਦੇ ਹੰਕਾਰ ਮੇਰੇ ਵਿੱਚ ਘਰ ਕਰ ਜਾਂਦਾ ਜੀ, ਉਸੇ ਵਕਤ ਕਰ ਜਾਂਦਾ। ਨਾਲੇ ਇਹਦਾ ਕਿਹੜਾ ਕੋਈ ਰੂਪ ਹੈ? ਇਹਨੇ ਦਿਸਣਾ ਥੋੜ੍ਹੀ ਹੈ, ਬਣਨਾ ਇਹਨੇ ਮਨੁੱਖਾਂ ਦੇ ਵਿੱਚ ਹੀ ਬਣਨਾ ਇਸ ਨੇ, ਇਹਦਾ ਕੋਈ ਵੱਖਰਾ ਕੋਈ ਰੂਪ ਥੋੜ੍ਹੀ ਹੈ। ਪਰ ਜਿਹਦੇ ਵਿੱਚ ਵੜ ਗਿਆ ਉਹ 'ਤੇ ਲੈਵਲ ਲੱਗ ਗਿਆ। ਹੰਕਾਰੀਆਂ, ਨਿੰਦਕਾਂ, ਇਹ ਦੋ ਸ਼ਬਦ ਕਹੇ ਨੇ। ਇੱਕ ਹੰਕਾਰੀ, ਹੁਣ ਜਿਹੜਾ ਨਿੰਦਿਆ ਕਰਦਾ ਹੰਕਾਰੀ ਹੀ ਨਿੰਦਿਆ ਕਰੇਗਾ। ਜਿਹੜਾ ਨਿੰਦਿਆ ਕਰਦਾ ਤਾਂ ਉਹਦਾ ਹੰਕਾਰ ਉਹਦੇ ਵਿੱਚ ਘੁੱਟ ਭਰਿਆ, ਔਰ ਇੰਨਾ ਕੁ ਹੰਕਾਰ ਜ਼ਿਆਦਾ ਹੋ ਗਿਆ, ਸਮਾ ਨਹੀਂ ਰਿਹਾ ਅਤੇ ਨਿੰਦਿਆ ਦੇ ਰੂਪ ਦੇ ਵਿੱਚ ਬਾਹਰ ਆ ਰਿਹਾ। ਹੰਕਾਰ ਨਹੀਂ ਸਮਾ ਰਿਹਾ ਉਹਦੇ ਵਿੱਚ, ਹੁਣ ਉਹ ਨਿੰਦਿਆ ਦੇ ਰੂਪ ਦੇ ਵਿੱਚ ਬਾਹਰ ਆਉਂਦਾ। ਹੰਕਾਰੀਆਂ, ਨਿੰਦਕਾਂ ਪਿੱਠ ਦੇ ਉਹਨੂੰ, ਪਰ ਫਿਰ ਜਿਹੜਾ ਅਕਾਲ ਪੁਰਖ ਉਹਨੂੰ ਪਿੱਠ ਦੇ ਦਿੰਦਾ। ਅਕਾਲ ਪੁਰਖ ਉਹਨੂੰ ਪਿੱਠ ਦੇ ਦਿੰਦਾ। ਅਕਾਲ ਪੁਰਖ ਕਿਸੇ ਨੂੰ ਪਿੱਠ ਨਹੀਂ ਵਹਿ ਦਿੰਦਾ, ਕਿਸੇ ਵੱਲ ਮੂੰਹ ਨਹੀਂ ਫੇਰਦਾ। ਸਾਰੇ ਉਹਦੇ ਆਪਣੇ ਹੁੰਦੇ ਨੇ, ਪਰ ਫਿਰ ਜਦੋਂ ਕਿਸੇ ਨੂੰ ਸੁਧਾਰਨਾ ਹੋਵੇ ਨਾ, ਫਿਰ ਉਹ ਇਹ ਵੀ ਜੁਗਤੀ ਵਰਤਦਾ। ਕੋਈ ਜਿੰਨਾ ਚਿਰ, ਜਦੋਂ ਰੱਬ ਨੇ ਪਿੱਠ ਦੇ ਦੇਣੀ, ਸਾਰੇ ਸੰਸਾਰ ਨੇ ਪਿੱਠ ਦੇ ਦੇਣੀ। ਕਹਿੰਦੇ ਰੱਬ ਕਿੱਦਾਂ ਪਿੱਠ ਦਿੰਦਾ? ਇੱਕ ਸਵਾਲ ਪੈਦਾ ਹੋ ਜਾਂਦਾ ਵੀ ਰੱਬ ਕਿੱਦਾਂ ਪਿੱਠ ਦਿੰਦਾ? ਵੀ ਮੈਂ ਤਾਂ ਬਾਣੀ ਵੀ ਪੜ੍ਹਦਾ ਹਾਂ, ਹੈ ਨਾ, ਬਾਣੀ ਪੜ੍ਹਦਾ ਹਾਂ ਅਤੇ ਸੇਵਾ ਵੀ ਕਰਦਾ, ਸਭ ਕੁਝ ਕਰਦਾ, ਰੱਬ ਕਿੱਦਾਂ ਪਿੱਠ ਦਿੰਦਾ? ਨਿੰਦਿਆ ਕਰਦਾ ਤਾਂ ਮਤਲਬ ਹੰਕਾਰ ਹੈ ਮੇਰੇ ਵਿੱਚ, ਨਿੰਦਿਆ ਕਰਦਾ। ਹੁਣ ਕਹਿੰਦੇ ਰੱਬ ਪਿੱਠ ਦਿੰਦਾ, ਪਰ ਜਿੰਨੇ ਆਪਣੇ ਹੁੰਦੇ ਨੇ ਸਾਰੇ ਪਿੱਠ ਦੇਣੇ ਸ਼ੁਰੂ ਕਰ ਜਾਂਦੇ। ਜਿਹਨੂੰ ਆਪਣਾ ਬਣਾਉਣਾ ਸ਼ੁਰੂ ਕਰਦਾ ਉਹ ਹੀ ਪਿੱਠ ਦੇ ਰਿਹਾ। ਪਰਿਵਾਰ ਪਿੱਠ ਦੇ ਜਾਂਦਾ, ਰਿਸ਼ਤੇਦਾਰ ਪਿੱਠ ਦੇ ਜਾਂਦੇ ਨੇ, ਸੱਜਣ ਮਿੱਤਰ ਪਿੱਠ ਦੇ ਜਾਂਦੇ ਨੇ, ਜਿੱਥੇ ਕੰਮਕਾਰ ਹੈ ਕੰਮਕਾਰ ਵਾਲੇ ਪਿੱਠ ਦੇ ਜਾਂਦੇ ਨੇ। ਸਾਰੇ ਪਾਸਿਓਂ ਇਸ ਨੂੰ ਪਿੱਠ ਦਿਸਦੀ ਹੈ। ਇਹ ਕਹਿੰਦਾ ਨਾ ਰੱਬ ਕਿੱਦਾਂ ਪਿੱਠ ਦਿੰਦਾ? ਰੱਬ ਇੱਦਾਂ ਪਿੱਠ ਦਿੰਦਾ। ਤੇ ਨਾਮ ਦੇਉ ਮੁਖ ਲਾਇਆ,
ਨਾਮ ਦੇ ਨਾਮ ਜਪਣੇ ਵਾਲੇ ਜਿਹੜੇ ਨਾ ਉਹਨੂੰ ਮੁੱਖ ਨਾਲ ਲਾਉਂਦਾ। ਭਾਵ ਐਸਾ ਸਿਸਟਮ ਫਿਰ ਬਣ ਜਾਂਦਾ। ਚਲੋ ਸਮੇਂ ਅਨੁਸਾਰ ਜੇ ਕਹੀਏ ਵੀ ਕਬੀਰ ਨੂੰ ਕਿਹੜਾ ਸਾਰਿਆਂ ਨੇ ਮੁੱਖ ਨਾਲ ਲਾਇਆ ਕਿਤੇ ਨਹੀਂ ਲਾਇਆ। ਕਬੀਰ ਨੂੰ ਕਹਿਣੇ ਵਾਲੇ ਬੜੇ ਸੀ ਵੀ ਐਵੇਂ ਕੁੱਤੇ ਵਾਂਗੂ ਭੌਂਕੀ ਜਾਂਦਾ। ਕਬੀਰ ਨੂੰ ਸੱਚਮੁੱਚ ਕਿਹਾ, ਜੇ ਨਾ ਕਿਹਾ ਹੁੰਦਾ ਤਾਂ ਕਬੀਰ ਸ਼ਬਦ ਨਾ ਲਿਖਦਾ ਕਦੀ, ਹਮ ਕੂਕਰ ਤੇਰੇ ਦਰਬਾਰ। ਕਹਿੰਦੇ ਕੁੱਤਾ ਤਾਂ ਹੈ ਪਰ ਮੈਂ ਤੇਰਾ ਆ, ਮੁਤੀਆ ਮੇਰੋ ਨਾਉ। ਕਹਿੰਦੇ ਮੈਂ ਤੇਰੇ ਦਰ ਦਾ ਕੁੱਤਾ, ਮੈਂ ਸੋ ਕਹਿ ਰਿਹਾ, ਮੈਨੂੰ ਠੀਕ ਲੱਗ ਰਿਹਾ, ਆ ਸਹੀ ਲੱਗਦਾ, ਆ ਨਹੀਂ। ਉਹ ਪਰਫੈਕਟ ਸੀ, ਪਹੁੰਚੇ ਹੋਏ ਸੀ। ਉਹਨਾਂ ਨੂੰ ਪਤਾ ਸੀਗਾ ਜਨ ਕੌਣ ਹੈ, ਉਹਨਾਂ ਨੂੰ ਪਤਾ ਸੀਗਾ ਦਾਸ ਕੌਣ ਹੈ, ਸਾਰੀਆਂ ਗੱਲਾਂ ਤਾਂ ਉਹਨਾਂ ਨੂੰ ਪਤਾ ਸੀਗਾ। ਸਮੇਂ ਦੇ ਲੋਕਾਂ ਨੇ ਉਹਨਾਂ ਨੂੰ ਸਵੀਕਾਰਿਆ ਨਹੀਂ, ਪਰ ਅੱਜ ਸਾਰਾ ਜਗਤ ਜਿਹੜਾ ਸੋ ਉਹਨਾਂ ਵੱਲ ਮੂੰਹ ਕਰਦਾ ਪਿਆ। ਇਹਦਾ ਮਤਲਬ ਰੱਬ ਦਾ ਮੁੱਖ ਹੈ। ਪਹਿਲੀ ਗੱਲ ਤਾਂ ਜਦੋਂ ਗੁਰੂ ਅਰਜਨ ਦੇਵ ਜੀ ਨੇ ਬਾਣੀ ਉਹਨਾਂ ਦੀ ਲੈ ਲਈ ਅਤੇ ਗੁਰੂ ਗ੍ਰੰਥ ਸਾਹਿਬ 'ਚ ਚਾੜ੍ਹ ਦਿੱਤੀ ਅਤੇ ਸਾਰਾ ਜਗਤ ਉਹਨਾਂ ਦੇ ਅੱਗੇ ਝੁੱਕ ਗਿਆ। ਮੌਕੇ ਦੇ ਉੱਤੇ ਜੋ ਸਮੇਂ ਦੇ ਲੋਕ ਨੇ, ਹਾਕਮ ਨੇ, ਜਿਨ੍ਹਾਂ ਦੇ ਹੱਥ ਵਿੱਚ ਤਾਕਤ ਹੁੰਦੀ, ਜ਼ਰੂਰੀ ਨਹੀਂ ਵੀ ਰਾਜਾ ਹੀ ਵਿਰੋਧ ਕਰਦਾ। ਤਾਕਤ ਵਾਲਾ ਜਿਹਦੇ ਹੱਥ ਵਿੱਚ ਤਾਕਤ ਹੈ ਉਹ ਹਮੇਸ਼ਾ ਹੀ ਚਾਹੁੰਦਾ ਵੀ ਦੂਜੇ ਮੇਰੇ ਅਨੁਸਾਰ ਚੱਲਣ। ਜਿਹੜੇ ਹੱਥ ਵਿੱਚ ਤਾਕਤ ਆ ਜਾਂਦੀ ਹੈ, ਪਰਿਵਾਰ ਆ, ਪਰਿਵਾਰ ਦਾ ਮੁਖੀ ਹੈ, ਉਹ ਕੀ ਚਾਹੇਗਾ? ਕਹਿਣਾ ਵੀ ਜਿਹੜੇ ਪਰਿਵਾਰ ਦੇ ਜੀਅ ਨੇ ਮੇਰੇ ਅਨੁਸਾਰ ਚੱਲਣ। ਉੱਥੇ ਹੰਕਾਰ ਬੋਲਦਾ, ਹੰਕਾਰ ਆ ਰਿਹਾ ਹੰਕਾਰ। ਅਤੇ ਜਦੋਂ ਹੰਕਾਰ ਜਿੱਥੇ ਆ ਜਾਂਦਾ ਉੱਥੇ ਫਿਰ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੀ ਪਿੱਠ ਹੋ ਜਾਂਦੀ ਹੈ। ਸੋ ਜਦੋਂ ਕਹਿੰਦਾ ਮੇਰੇ ਅਨੁਸਾਰ ਚੱਲਣ ਸਾਰੇ ਜਾਣੇ, ਉੱਥੋਂ ਕੰਮ ਗੜਬੜ ਹੋ ਜਾਂਦੀ ਹੈ ਸਿੱਧੀ। ਨਾਲ ਚੱਲਣ ਲਈ ਇਹ ਰਾਜੀ ਨਹੀਂ। ਜੇ ਨਾਲ ਚੱਲਣ ਲਈ ਰਾਜੀ ਨਹੀਂ, ਕਿਸੇ ਦੀ ਗੱਲ ਮੰਨ ਕੇ ਚੱਲਣ ਲਈ ਰਾਜੀ ਨਹੀਂ, ਅਤੇ ਸਮਝ ਲਓ ਫਿਰ ਭਾਈ ਦਾਸ ਸ਼ਬਦ ਤਾਂ ਬਹੁਤ ਵੱਡਾ ਸਾਡੇ ਲਈ, ਬਹੁਤ ਵੱਡਾ। ਮੈਂ ਜਿੰਨੀ ਮਰਜ਼ੀ ਬਾਣੀ ਪੜ੍ਹਾਂ, ਕਥਾ ਵਿਚਾਰ ਕਰਾਂ, ਕੀਰਤਨ ਕਰਾਂ, ਸੋ ਜੇ ਇਹਨਾਂ ਚੀਜ਼ਾਂ ਨੂੰ ਸਮਝਿਆ ਹੀ ਨਹੀਂ ਤਾਂ ਦਾਸ ਕਿੱਧਰੋਂ ਹੈ? ਕਿੱਥੋਂ ਜਨ ਬਣ ਗਿਆ, ਕਿੱਥੋਂ ਦਾਸ ਬਣ ਗਿਆ? ਜਨ ਦੀਆਂ ਗੱਲਾਂ ਕਰਨੀਆਂ ਸੌਖੀਆਂ, ਦਾਸ ਦੀਆਂ ਗੱਲਾਂ ਕਰਨੀਆਂ ਸੌਖੀਆਂ, ਪਰ ਇਹਦੇ 'ਤੇ ਨਿਭਣਾ ਜਿਹੜਾ ਇਹਦੇ ਅਨੁਸਾਰ ਹੋਣਾ ਬੜਾ ਕਠਿਨ ਹੈ, ਬੜਾ ਔਖਾ ਹੈ। ਗੁਰੂ ਕਿਰਪਾ ਕਰ ਦਿੰਦਾ। ਹੁਣ ਜਿਹੜੇ ਦਾਸ ਵੀ ਤਾਂ ਮਨੁੱਖ ਜਿਹੜੇ ਨੇ ਉਹਨਾਂ ਨੂੰ ਬਣਾਉਂਦਾ, ਪਸ਼ੂਆਂ ਪਕਸ਼ੀਆਂ ਨੂੰ ਥੋੜ੍ਹੀ। ਮਨੁੱਖਾਂ ਨੇ ਹੀ ਦਾਸ ਬਣਨਾ, ਸੇਵਕਾਂ ਨੇ ਹੀ ਗਾਹਾਂ ਤੇ ਗਾਹਾਂ। ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸੇਵਕਾਂ ਨੂੰ ਨਿਭਾਜਦਾ। ਗੁਰਬਾਣੀ ਦਾ ਗਿਆਨ ਆਪਣੇ ਸੇਵਕਾਂ ਨੂੰ ਹੀ ਦੇਣਾ, ਪਸ਼ੂ ਪਕਸ਼ੀਆਂ ਨੂੰ ਥੋੜ੍ਹੀ ਦੇਣਾ। ਸੋਝੀ ਬ੍ਰਹਮ ਦੀ ਉਹਨੇ ਆਪਣੇ ਸੇਵਕਾਂ ਨੂੰ ਹੀ ਦੇਣੀ ਹੈ। ਜਿਉਂ-ਜਿਉਂ ਇਹ ਨੀਵਾਂ ਹੁੰਦਾ ਜਾਵੇਗਾ ਤਿਉਂ-ਤਿਉਂ ਉਹਨੇ ਬਖਸ਼ਿਸ਼ਾਂ ਕਰੀ ਜਾਣੀਆਂ। ਅਤੇ ਜੇ ਮਨ ਵਿੱਚ ਹੰਕਾਰ ਹੈ, ਨਿੰਦਿਆ ਹੈ, ਜਿਹਦੇ ਕੋਲ ਹੈ ਉਹ ਵੀ ਉਹਨੇ ਖੋਹ ਲੈਣਾ, ਦੇਰੀ ਨਹੀਂ ਲਾਉਂਦਾ। ਫਿਰ ਸੋ ਇੰਝ ਕਰਦਾ। ਹਜ਼ੂਰ ਪਾਤਸ਼ਾਹ ਕਿਰਪਾ ਕਰਦੇ ਨੇ, ਕਹਿੰਦੇ ਜਨ ਕਾ ਆਪ ਸਹਾਈ ਹੋਆ, ਨਿੰਦਕ ਭਾਗੇ ਹਾਰ। ਇਤਿਹਾਸ ਗਵਾਹ, ਨਿੰਦਕਾਂ ਨੂੰ ਹਾਰਨਾ ਹੀ ਪਿਆ, ਭੱਜਣਾ ਪਿਆ। ਇਤਿਹਾਸ ਗਵਾਹ ਔਰ ਭੱਜਦੇ ਆਏ ਨੇ। ਹੁਣ ਵੀ ਇੱਦਾਂ ਹੀ ਆ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇੱਦਾਂ ਹੀ ਆ। ਨਿੰਦਕ ਭਾਗੇ ਹਾਰ, ਜਿਹੜਾ ਹਾਰਦਾ ਭੱਜਦਾ ਹੀ ਹੁੰਦਾ, ਜਿਹੜਾ ਜਿੱਤਦਾ ਕਦੀ ਨਹੀਂ ਭੱਜਦਾ। ਸੂਰਮਾ ਪੁਰਜਾ ਕੱਟ ਮਰੇ, ਕਬਹੂ ਨਾ ਛਾਡੇ ਖੇਤ। ਬੜੇ ਸ਼ਸਤਰ ਲੱਗਦੇ ਨੇ, ਕਿਸੇ ਨੇ ਕੁਝ ਕਹਿ ਤਾ, ਕਿਸੇ ਨੇ ਕੁਝ ਕਹਿ ਤਾ, ਇਹ ਸ਼ਸਤਰ ਹੀ ਹੈ। ਜਿਹੜੇ ਆਹ ਗੱਲਾਂ ਦੇ ਬੋਲ ਹੁੰਦੇ ਨੇ, ਸ਼ਬਦ ਹੁੰਦੇ ਨੇ, ਇਹ ਸ਼ਸਤਰਾਂ ਤੋਂ ਵੀ ਜ਼ਿਆਦਾ ਤਿੱਖੇ ਹੁੰਦੇ ਨੇ ਜਿਹੜੇ ਬੋਲ ਹੁੰਦੇ ਨੇ। ਹੁਣ ਸੋ ਜਿਹੜੇ ਭਗਤ ਹੋਏ ਨੇ ਉਹਨਾਂ ਨੂੰ ਪਤਾ ਨਹੀਂ ਕਿੰਨੇ ਕੁ ਸ਼ਸਤਰ ਵੱਜੇ ਨੇ। ਸੂਰਮੇ ਸੀਗੇ, ਨਹੀਂ ਭੱਜੇ ਪਈ, ਉਹ ਆਪਣੇ ਸਟੈਂਡ ਤੋਂ ਨਹੀਂ ਹਿੱਲੇ, ਬੰਦਗੀ ਨਹੀਂ ਛੱਡੀ। ਸੋ ਆਪਣੇ ਆਪ ਨੂੰ ਅੱਗੇ ਵਧਣਾ ਜਾਰੀ ਰੱਖਿਆ ਨਾ। ਅੱਗੇ ਪੁਰਜਾ ਕੱਟ ਮੇਰੇ, ਕਬਹੂ ਨਾ ਛਾਡੇ ਖੇਤ। ਸੋ ਜਿਉਂ-ਜਿਉਂ ਅੱਗੇ ਵੱਧਦੇ ਗਏ ਅਕਾਲ ਪੁਰਖ ਪਰਮਾਤਮਾ ਨੇ ਆਪਣੀ ਗੋਦੀ 'ਚ ਲੈ ਲਿਆ। ਸੋ ਯੁੱਧ ਹੈ, ਸੰਸਾਰ ਤਾਂ ਇੱਕ ਅਖਾੜਾ ਹੈ, ਇੱਕ ਯੁੱਧ ਦਾ ਮੈਦਾਨ ਹੈ। ਸੋ ਇਹਦੇ ਵਿੱਚ ਤਾਂ ਸਾਰੇ ਪਾਸਿਓਂ ਆਲੇ ਦੁਆਲਿਓਂ ਸ਼ਸਤਰ ਹੀ ਵੱਜਣੇ ਨੇ। ਗੁਰੂ ਦਾ ਆਸਰਾ, ਸ਼ਬਦ ਦਾ ਆਸਰਾ। ਅਤੇ ਉੱਥੇ ਮਹਾਰਾਜ ਕਹਿੰਦੇ ਸ਼ਤਰੂ ਅਨੇਕ ਚਲਾਵਤ ਘਾਵ ਤਉ ਤਨ ਏਕ ਨ ਲਾਗਤ ਪਾਵੈ। ਨਹੀਂ ਅਸਰ ਹੋਣ ਦਿੰਦਾ,
ਉਹ ਢਾਲ ਬਣ ਕੇ ਸ਼ਬਦ ਖੜ ਜਾਂਦਾ ਹੈ, ਨਹੀਂ ਅਸਰ ਹੋਣ ਦਿੰਦਾ। ਫਿਰ ਸੋ ਜਿਹੜੇ ਕਾਇਰ ਹੁੰਦੇ ਭੱਜਣਾ ਉਹਨਾਂ ਨੂੰ ਪੈਂਦਾ, ਸੂਰਮਾ ਮੈਦਾਨ ਫਤਿਹ ਕਰ ਹੀ ਜਾਂਦਾ। ਸੰਸਾਰ ਤੋਂ ਬਾਜੀ ਜਿੱਤ ਕੇ ਹੀ ਜਾਂਦਾ ਭਗਤ, ਹਾਰ ਕੇ ਨਹੀਂ ਕਦੀ ਜਾਂਦਾ। ਲੇਖਾ ਮੁਕਾ ਕੇ ਜਾਂਦਾ, ਨਿੰਦਿਆ ਕਿਸੇ ਦੀ ਕਰਨੀ ਨਹੀਂ। ਨਾ ਨਿੰਦਿਆ ਵਿੱਚ ਫਸਣਾ, ਨਾ ਉਸਤਤ ਵਿੱਚ ਫਸਣਾ, ਵਿਕਾਰਾਂ ਦਾ ਤਿਆਗ ਕਰ ਦੇਣਾ, ਲੇਖਾ ਹੋਣਾ ਕੋਈ ਨਹੀਂ ਨਾ। ਜਦੋਂ ਲੇਖਾ ਮੁੱਕਦਾ ਉਹਨੂੰ ਕਹਿੰਦੇ ਬਾਜੀ ਜਿੱਤ ਕੇ ਜਾਣੀ। ਲੇਖਾ ਨਹੀਂ ਬਣ ਦਿੰਦੇ ਕੋਈ ਰੱਬ ਦੇ ਪਿਆਰੇ। ਹੁਣ ਇੱਥੇ ਪਾਤਸ਼ਾਹ ਕਹਿੰਦੇ ਨੇ ਪ੍ਰਮਤ ਪ੍ਰਮਤ ਊਹਾਂ ਹੀ ਮੂਏ, ਬਹੁੜ ਗ੍ਰਹਿਨ ਮੰਝਾਰ। ਹੁਣ ਸੋ ਜਿਹੜਾ ਪਦ ਛੇਦ ਕੀਤਾ ਗ੍ਰਹਿ ਨਾ ਮੰਝਾਰ, ਪਰ ਪੜ੍ਹਨਾ ਪੈਂਦਾ ਗ੍ਰਹਿਨ, ਗ੍ਰਹਿਨ ਮੰਝਾਰ। ਸੋ ਗ੍ਰਹਿ ਨਾ ਮੰਝਾਰ ਇਹਨਾਂ ਅਰਥ ਨਹੀਂ ਬਣਨਾ। ਗ੍ਰਹਿਨ ਘਰ ਦੇ ਵਿੱਚ ਹੀ, ਘਰਾਂ ਦੇ ਵਿੱਚ ਹੀ। ਆ ਜਿਹੜੇ ਸਰੀਰ ਨੇ ਇਹ ਘਰ ਹੀ ਨੇ। ਹੁਣ ਜੇ ਨਿੰਦਿਆ ਹੀ ਕਰਦੇ ਰਹੇ, ਨਿੰਦਿਆ ਕਰਦੇ ਰਹੇ, ਵਿਕਾਰਾਂ ਦੇ ਵਿੱਚ ਫਸੇ ਰਹੇ, ਹੋਣਾ ਕੀ ਹੈ? ਕਹਿੰਦੇ ਭ੍ਰਮਤ ਭ੍ਰਮਤ ਉਹਾਂ ਹੀ ਮੂਏ, ਸੰਸਾਰ 'ਚ ਹੀ ਰਹਿ ਜਾਂਦੇ ਨੇ। ਮਿਲਦਾ ਕੀ ਹੈ? ਬਾਹੜ ਗ੍ਰਹਿਨ ਮੰਝਾਰ। ਫਿਰ ਸਰੀਰ ਹੀ ਮਿਲਦੇ ਨੇ। ਫਿਰ ਜਿੱਦਾਂ ਦਾ ਇਹਦਾ ਸੁਭਾਅ ਹੁੰਦਾ ਨਾ, ਉੱਦਾਂ ਦਾ ਸਰੀਰ ਮਿਲ ਜਾਂਦਾ। ਭਗਤ ਤਰਲੋਚਨ ਜੀ ਨੂੰ ਪੁੱਛ ਲਓ, ਜਿੱਦਾਂ ਦੀ ਵਾਸ਼ਨਾ ਉੱਦਾਂ ਦਾ ਸਰੀਰ ਮਿਲ ਗਿਆ। ਫਿਰ ਹੁਣ ਜਿੱਦਾਂ ਦਾ ਸਰੀਰ ਮਿਲਿਆ ਫਿਰ ਉਹਦੇ 'ਚ ਫਸਿਆ ਹੋਇਆ। ਗਿਆਨ ਥੋੜ੍ਹੀ ਹੈ, ਫਸ ਗਿਆ। ਪਕਸ਼ੀ ਆਪਣੇ ਸਰੀਰ 'ਚ ਫਸਿਆ ਹੋਇਆ, ਪਸ਼ੂ ਆਪਣੇ ਸਰੀਰ 'ਚ ਫਸਿਆ ਹੋਇਆ, ਅਸੱਪ ਟੂਹੇ ਵਿੱਚੋਂ ਆਪਣੇ ਸਰੀਰ 'ਚ ਫਸੇ ਹੋਏ ਨੇ। ਸਾਰੇ ਆਪੋ ਆਪਣੇ ਘਰਾਂ 'ਚ ਫਸ ਗਏ। ਜਿੱਦਾਂ ਮਨੁੱਖ ਨੂੰ ਸਰੀਰ ਮਿਲਿਆ, ਆਪਣੇ ਸਰੀਰ 'ਚ ਫਸ ਗਿਆ ਹੈ ਨਾ। ਇਹਨੂੰ ਹੀ ਸਵਾਰਨ 'ਤੇ ਲੱਗਿਆ, ਖਿਲਾਉਣ ਪਿਲਾਉਣ 'ਤੇ ਸਵਾਰਨ 'ਤੇ ਇਹਦੇ ਦੁਆਲੇ ਲੱਗਿਆ। ਪਰ ਜਿਹਦੇ ਵਾਸਤੇ ਸਰੀਰ ਮਿਲਿਆ ਤਾਂ ਕੰਮ ਹੀ ਨਹੀਂ ਕੀਤਾ। ਕਾਰਨ ਕੀ ਹੋਇਆ? ਕਹਿੰਦੇ ਕਾਰਨ ਇਹੀ ਹੋਇਆ ਵੀ ਇਸ ਨੇ ਭਾਈ ਮਨੁੱਖਾ ਜਨਮ ਦਾ ਜਿਹੜਾ ਮੁੱਖ ਪ੍ਰਯੋਜਨ ਸੀ ਉਹ ਨਹੀਂ ਸੀ ਸਮਝਿਆ। ਪੁੱਠੇ ਪਾਸੇ ਕਹਿੰਦੇ ਲੱਗ ਗਿਆ। ਜਨਮ ਤਾਂ ਮਨੁੱਖਾ ਸੀ ਪਰ ਕੰਮ ਪਸ਼ੂਆਂ ਵਾਲੇ ਸੀ। ਕਰਤੂਤ ਪਸ਼ੂ ਕੀ ਮਾਨ ਸੁਜਾਤ। ਬਸ ਵੀ ਨਹੀਂ ਹੁੰਦਾ, ਕਿਉਂਕਿ ਜਿਹੜੇ ਜਿਨ੍ਹਾਂ ਜੋਨਾਂ 'ਚੋਂ ਇਹ ਆਇਆ ਹੈ ਨਾ, ਉਹਨਾਂ ਜੋਨਾਂ ਦਾ ਇਹਦੇ 'ਤੇ ਪ੍ਰਭਾਵ ਹੈ। ਸਰੀਰ ਤਾਂ ਬੰਦੇ ਦਾ ਹੀ ਹੈ, ਅਤੇ ਹੁਣ ਜਿਹੜੀਆਂ ਪਹਿਲੀਆਂ ਜੋਨਾਂ ਭੋਗ ਕੇ ਆਇਆ ਉਹ ਮਨ 'ਤੇ ਪਰਤਾਂ ਲੱਗੀਆਂ ਹੋਈਆਂ ਨੇ। ਕਦੀ ਕਾਂ ਵਾਲਾ ਸੁਭਾਅ ਆ ਜਾਂਦਾ, ਕਦੀ ਕੁੱਤੇ ਵਾਲਾ ਸੁਭਾਅ ਆ ਜਾਂਦਾ, ਕਦੀ ਕੋਈ। ਇਹ ਸਾਰੀਆਂ ਜੋਨਾਂ ਦਾ ਪ੍ਰਭਾਵ, ਇਹਦਾ ਕੁਟੰਬ ਹੈ ਸਾਰਾ। ਅੱਜ ਨੇ ਪਸ਼ੂ ਪਕਸ਼ੀ ਨੇ, ਸਾਰਾ ਮਨੁੱਖ ਦਾ ਕੁਟੰਬ ਹੈ। ਜੇ ਤਾਂ ਗੁਰੂ ਦੀ ਸਿੱਖਿਆ ਮਿਲ ਗਈ ਹੈ ਨਾ, ਗੁਰਬਾਣੀ ਦੀ ਵਿਚਾਰ ਵਿੱਚ ਆ ਗਿਆ, ਫਿਰ ਤਾਂ ਇਹਨਾਂ ਚੀਜ਼ਾਂ ਨੂੰ ਕੱਟਣ 'ਚ ਕਾਮਯਾਬ ਹੋ ਜਾਂਦਾ ਹੈ। ਅਤੇ ਜੇ ਗੁਰਬਾਣੀ ਦੀ ਸਿੱਖਿਆ ਨਾ ਮਿਲੀ ਅਤੇ ਫਿਰ ਜਿਸ ਕੁਟੰਬ 'ਚੋਂ ਆਇਆ ਸੀ ਉਸੇ ਕੁਟੰਬ 'ਚ ਫੇਰ ਫਸ ਜਾਂਦਾ, ਹਾਰ ਕੇ ਜਾਂਦਾ ਨਾ। ਹਾਰ ਗਿਆ, ਬਾਜੀ ਹਾਰ ਗਿਆ। ਫਿਰ ਉਹੀ ਘਰ ਮਿਲ ਗਏ, ਉਹੀ ਸਰੀਰ ਮਿਲ ਗਿਆ। ਕਹਿੰਦੇ ਨਾਨਕ ਸ਼ਰਨ ਪਰਿਓ ਦੁਖ ਭੰਜਨ, ਗੁਣ ਗਾਵੈ ਸਦਾ ਅਪਾਰ। ਇਹ ਦੱਸਿਆ ਵੀ ਆਪਾਂ ਛੁੱਟਣਾ ਆ ਇਸ ਸੰਸਾਰ ਤੋਂ। ਕਿੱਦਾਂ ਛੁੱਟਣਾ? ਨਾਨਕ ਸਤਿਗੁਰੂ ਜੀ ਕਹਿ ਰਹੇ ਨੇ, ਸ਼ਰਨ ਅਣਾਣੇ ਨੂੰ ਸਿਹਾਰੀ ਆ ਗਈ। ਮਤਲਬ ਸ਼ਰਣੀ ਪੈਣ ਦੇ ਨਾਲ, ਸ਼ਰਣੀ ਪੈਣਾ। ਸ਼ਰਣੀ ਕੌਣ ਪੈਂਦਾ? ਜਿਹੜਾ ਤਨ ਮਨ ਧਨ ਸੌਂਪ ਗੁਰ ਕੋ। ਨਾ ਤਨ ਮਨ ਧਨ ਦਾ ਹੰਕਾਰ ਨਹੀਂ ਕਰਦਾ। ਜਿਹੜਾ ਕਹਿੰਦਾ ਤੂੰ ਮੇਰੀ ਓਟ ਬਲ ਬੁੱਧ ਧਨ ਤੁਮ ਹੀ, ਬੰਦਾ ਆਪਣੀ ਬੁੱਧ ਨਹੀਂ ਨਾ ਛੱਡਦਾ ਸਹਿਜੇ ਕਿਤੇ। ਆਪਸ ਕੋ ਜੀਰਗ ਕਰ ਮਾਨੈ ਔਰ ਉਨਕੋ ਲਗ ਮਾਤ। ਬੰਦਾ ਤਾਂ ਕਹਿੰਦਾ ਵੀ ਮੇਰੀ ਬੁੱਧ ਹੀ ਸਭ ਤੋਂ ਵੱਡੀ ਆ, ਬਾਕੀ ਤਾਂ ਲਗਾ ਮਾਤਰਾ ਹੀ ਆ। ਕਿਤੇ ਦੀ ਤਾਂ ਕਿਸੇ ਦੀ ਸਲਾਹ ਨਹੀਂ ਮੰਨਦਾ। ਮੰਨਣੀ ਤਾਂ ਇੱਕ ਪਾਸੇ ਗੱਲ, ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਬੰਦਾ। ਮਤਲਬ ਇੰਨੀ ਕੁ ਆਪਣੀ ਮੱਤ ਵੱਡੀ ਸਮਝਦਾ। ਜੇ ਆਪਣੀ ਮਨ ਦੇ ਮੱਤ ਪਿੱਛੇ ਲੱਗਿਆ ਫਿਰ ਗੁਰੂ ਦੀ ਮੱਤ ਕਿੱਦਾਂ ਸੁਣੇਗਾ? ਗੁਰਬਾਣੀ ਕਿਵੇਂ ਸੁਣੇਗਾ? ਸੁਣਨੀ ਨਹੀਂ। ਜੇ ਸੁਣਨੀ ਨਹੀਂ ਤਾਂ ਵਿਚਾਰਨੀ ਕਿੱਥੋਂ ਆ? ਫਿਰ ਕਿੱਥੋਂ ਵਿਚਾਰੂਗਾ? ਇੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸ਼ਰਨ ਪਰਿਓ, ਤੈਨੂੰ ਸ਼ਰਨ ਪੈਣਾ ਪਵੇਗਾ। ਦੁੱਖ ਭੰਜਨ, ਕਿਹਦੀ ਸ਼ਰਨ ਵਿੱਚ? ਜਿਹੜਾ ਤੇਰੇ ਦੁੱਖ ਨੂੰ ਭੰਨ ਦੇਵੇ। ਆ ਜਿਹੜਾ ਦੁੱਖ ਜਨਮਾਂ ਜਨਮਾਤਰਾਂ ਦਾ ਦੁੱਖ ਹੀ ਆ, ਬਾਰ ਬਾਰ ਜੰਮਣਾ, ਬਾਰ ਬਾਰ ਮਰਨਾ, ਇਸ ਦੁੱਖ ਨੂੰ ਭੰਨਣ ਦੀ ਗੱਲ ਕਰਦੇ ਨੇ। ਬਾਕੀ ਹੋਰ ਦੁੱਖ ਨਹੀਂ ਜਿਹੜੇ ਕਰਮਾਂ ਕਰਕੇ ਸਾਨੂੰ ਮਿਲਦੇ। ਕਦੀ ਕਿਸੇ ਗੱਲ ਦਾ ਨੁਕਸਾਨ ਹੋ ਗਿਆ, ਕਦੀ ਸਰੀਰ ਰੋਗੀ ਹੋ ਗਿਆ,
ਇਹ ਕਾਹਦਾ ਦੁੱਖ ਹੈ। ਸੋ ਦੁੱਖ ਤਾਂ ਨਹੀਂ ਜਿਹੜਾ ਆ ਜਨਮ ਲੈ ਰਹੇ ਆ, ਬਾਰ-ਬਾਰ ਮਰਦੇ ਪਏ ਆ, ਇਹ ਵੱਡਾ ਦੁੱਖ ਹੈ, ਇਹਨੂੰ ਕੱਟਣਾ ਬੜਾ ਜ਼ਰੂਰੀ ਹੈ। ਸੋ ਇਹ ਉਹਦੀ ਸ਼ਰਨ ਵਿੱਚ ਪਿਆ। ਗੁਰੂ ਤੋਂ ਬਿਨਾਂ ਇਹ ਦੁੱਖ ਕੋਈ ਕੱਟ ਨਹੀਂ ਸਕਦਾ। ਗੁਣ ਗਾਵੇ ਸਦਾ ਅਪਾਰ, ਸ਼ਰਨ ਪੈ ਕੇ ਨਾ ਮੈਂ ਕਰਨਾ ਕੀ ਹੈ। ਜਿਹੜੇ ਸ਼ਰਨ ਪੈ ਗਏ, ਗੁਰੂ ਨੂੰ ਪੁੱਛਿਆ ਮਹਾਰਾਜ ਮੈਂ ਹੁਣ ਕੀ ਕਰਾਂ। ਮਹਾਰਾਜ ਕਹਿੰਦੇ ਗੁਣ ਗਾ, ਉਹਦੇ ਗੁਣ ਗਾਵ ਤੇ ਤੇਰੀ ਉਤਰ ਸਮੈਲ। ਇਹਦਾ ਗੁਣ ਗਾਉਂਦਿਆਂ 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 ਤੇਰਾ ਇਹ ਜਨਮ ਮਰਨ ਦਾ ਦੁੱਖ ਕੱਟਿਆ ਜਾਣਾ। ਬੜਾ ਟਾਈਮ ਹੋ ਗਿਆ, ਪਤਾ ਨਹੀਂ ਕਿੰਨੇ ਕੁ ਯੁੱਗ ਹੋ ਚੁੱਕੇ ਨੇ, ਆਹੀ ਕੰਮ ਹੁਣ ਕਰੀ ਜਾਣਾ। ਬੜੇ ਯੁੱਗ ਹੋ ਗਏ ਵੀ, ਫਿਰ ਨਿੰਦਿਆ ਹੀ ਕਰੀ ਜਾਣੀ ਹੈ। ਅਤੇ ਹੁਣ ਤਾਂ ਆਪਣੇ ਆਪ ਨੂੰ ਅਸੀਂ ਸੁਧਾਰ ਲਈਏ, ਗੰਦਗੀ ਫੋਲੀ ਜਾਣੀ ਹੈ ਨਾ। ਮਹਾਰਾਜ ਨੇ ਸਾਨੂੰ ਸੋ ਕਿੰਨੀ ਸੋਹਣੀ ਖੁਰਾਕ ਦਿੱਤੀ, ਹੀਰੇ ਮੋਤੀਆਂ ਦੀ ਖੁਰਾਕ ਦਿੱਤੀ। ਹੰਸ ਬਣੀਏ, ਹੰਸ ਬਣਾਂਗੇ ਤਾਂ ਹੀਰੇ ਮੋਤੀ ਦੀ ਪਛਾਣ ਕਰਾਂਗੇ। ਜੇ ਕਾਂ ਬਣੇ ਰਹਿ ਗਿਆ ਤਾਂ ਫਿਰ ਗੰਦਗੀ 'ਚ ਹੀ ਚੁੰਝ ਮਾਰਾਂਗੇ। ਸੋ ਹੁਣ ਮੌਕਾ ਆ, ਬਾਰ-ਬਾਰ ਮਨੁੱਖਾ ਜਨਮ ਨਹੀਂ ਮਿਲਦਾ। ਹੁਣ ਆਪਣੇ ਆਪ ਨੂੰ ਸੁਧਾਰੀਏ। ਜੇ ਉਹਦੀ ਸ਼ਰਨ ਵਿੱਚ ਪੈ ਗਏ ਹਾਂ ਅਤੇ ਉਹਦੇ ਗੁਣਾਂ ਨੂੰ ਗਾਇਨ ਕਰਨਾ ਸ਼ੁਰੂ ਕਰੀਏ। ਕਿਉਂਕਿ ਸੋ ਰੱਬ ਨੇ ਦਰਗਾਹ ਵਿੱਚ ਇਹ ਤਾਂ ਵੇਖਣਾ ਨਹੀਂ ਹੈ ਨਾ ਵੀ ਹਾਂ ਵੀ ਇਹਨੇ ਗੁਰਸਿੱਖੀ ਧਾਰਨ ਕੀਤੀ, ਇਹਨੇ ਅੰਮ੍ਰਿਤ ਛਕਿਆ। ਇਕੱਲਾ ਅਸੀਂ ਜੇ ਅੰਮ੍ਰਿਤ ਛਕ ਲਿਆ ਤਾਂ ਸਾਡੇ ਚਲੋ ਕਿਸਮਤ ਚੰਗੀ, ਸਾਨੂੰ ਅੰਮ੍ਰਿਤ ਦੀ ਦਾਤ ਮਿਲ ਗਈ। ਉਹ ਤੋਂ ਬਾਅਦ ਕੰਮ ਅਸੀਂ ਕੀ ਕੀਤੇ। ਜੇ ਕਰਮ ਹੀ ਮੇਰੇ ਉਹ ਨਾ ਹੋਏਗੀ, ਲੇਖਾ ਤਾਂ ਕਰਮਾਂ ਦੇ ਨਾਲ ਹੋਣਾ। ਦਾਖਲਾ ਤਾਂ ਮਿਲ ਗਿਆ, ਪੜ੍ਹਾਈ ਕੀ ਕੀਤੀ ਹੈ। ਨੰਬਰ ਤਾਂ ਪੜ੍ਹਾਈ ਦੇ ਅਨੁਸਾਰ ਸਾਨੂੰ ਮਿਲਣੇ ਨੇ। ਜੇ ਹੁਣ ਪੜ੍ਹਾਈ ਸਾਡੀ ਹੈ ਨਹੀਂ, ਫਿਰ ਉਹ ਟੀਚਰ ਇੱਦਾਂ ਦਾ ਤਾਂ ਉਹ ਨੰਬਰ ਨਹੀਂ ਦੇਵੇਗਾ। ਇਕੱਲੇ ਦਾਖਲੇ ਵਾਲਿਆਂ ਨੂੰ ਨੰਬਰ ਨਹੀਂ ਮਿਲਦੇ ਹੁੰਦੇ। ਉੱਥੇ ਤਾਂ ਤੈਂ ਕਰਦਲ ਕਰਨ ਮਹਾਬਲੀ ਤਿਸ ਆਗ ਲੜੀ ਮੇ ਰਹਿਣ ਨਾ ਜਾਏ। ਬੜੇ ਬੜੇ ਰਾਜਿਆਂ ਮਹਾਰਾਜਿਆਂ ਦੀਆਂ ਲੱਤਾਂ ਕੰਬਦੀਆਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੱਡਾ ਹੋਆ ਦੁਨੀਦਾਰ। ਇੱਥੇ ਬੰਦਾ ਮਤਲਬ ਜਿੱਡਾ ਮਰਜ਼ੀ ਆਪਣੇ ਆਪ ਨੂੰ ਉਹਨੇ ਵੱਡਾ ਨਾਂ ਖਾ ਲਿਆ, ਬਹੁਤ ਵੱਡਾ ਬਣ ਗਿਆ ਇੱਥੇ, ਪਰ ਜੇ ਪੁੱਠੇ ਹੀ ਕੰਮ ਸਾਰੇ ਕੀਤੇ ਨੇ ਤੇ ਜਮਾ ਨਹੀਂ ਸੰਗਲ ਪਾ ਲੈਣਾ ਗਲ ਚਾਣ ਕੇ। ਗਲ ਸੰਗਲ ਘੱਤ ਚਲਾਈਏ, ਕੋਈ ਬੋਲ ਨਹੀਂ ਸਕਦਾ। ਇਹ ਤਾਂ ਜਮਾ ਅੱਗੇ ਨਹੀਂ ਬੋਲ ਸਕਦਾ ਅਤੇ ਧਰਮ ਰਾਜ ਅੱਗੇ ਕੀ ਬੋਲਣਾ ਇਸ ਨੇ। ਸਾਡੇ ਕੋਲੋਂ ਇੱਕ ਮੌਕਾ ਆ ਹੁਣ। ਮੌਕਾ ਇੱਕ ਤਾਂ ਗੁਰਸਿੱਖਾਂ ਦੇ ਘਰਾਂ ਵਿੱਚ ਜਨਮ ਹੈ, ਅੰਮ੍ਰਿਤ ਦੀ ਦਾਤ ਮਿਲੀ ਹੋਈ ਹੈ, ਬਾਣੀ ਪੜ੍ਹਨ ਸੁਣਨ ਨੂੰ ਮਿਲੀ ਹੈ। ਹੁਣ ਜਿੰਨਾ ਹੋ ਸਕੇ ਆਪਣੇ ਆਪ 'ਤੇ ਫੋਕਸ ਕਰ ਲਈਏ, ਆਪਣੇ ਆਪ ਨੂੰ ਸੁਧਾਰ ਲਈਏ ਅਤੇ ਉਹਦੇ ਗੁਣ ਗਾਈਏ। ਉਹਦੇ ਗੁਣ ਗਾਉਂਦਿਆਂ ਗਾਉਂਦੇ ਆਪਣੇ ਆਪ ਦੀ ਸੁਧਾਰ ਕਰਾਂਗੇ। ਨਹੀਂ ਤਾਂ ਮਹਾਰਾਜ ਦਾ ਫੈਸਲਾ ਕੀ ਹੈ, ਜੇ ਤੂੰ ਨਿੰਦਿਆ ਛੱਡੀ ਨਹੀਂ ਹੈ ਨਾ, ਮਹਾਰਾਜ ਨੇ ਫੈਸਲਾ ਦਿੱਤਾ ਹੋਇਆ। ਕਹਿੰਦੇ ਨਿੰਦਕ ਕਾ ਮੁਖ ਕਾਲਾ ਹੁਆ, ਦੀਨ ਦੁਨੀਆ ਕੈ ਦਰਬਾਰ। ਭਾਈ ਇਸ ਲੋਕ ਦੇ ਵਿੱਚ ਵੀ ਨਿੰਦਕ ਦਾ ਮੂੰਹ ਕਾਲਾ ਹੀ ਹੁੰਦਾ। ਮੂੰਹ ਕਾਲਾ ਕੀ ਭਾਈ, ਹੁਣ ਹਰੇਕ ਦੇ ਮੂੰਹ 'ਤੇ ਫਿਰ ਉਹਦੀਆਂ ਭੈੜੀਆਂ ਕਰਤੂਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਹਰੇਕ ਦੇ ਮੂੰਹ 'ਤੇ ਫਿਰ ਕਹਿਣਾ ਸ਼ੁਰੂ ਕਰ ਦੇਣਾ ਉਹਨਾਂ ਨੇ। ਅਤੇ ਪਰਲੋਕ ਦੇ ਵਿੱਚ ਉਹਦੇ ਕਰਮ ਸਾਰੇ ਹੈ ਨਾ, ਅਤੇ ਪ੍ਰਤੱਖ ਰੂਪ ਦੇ ਵਿੱਚ ਹੁਣ ਜਿਹੜੇ ਮਾੜੇ ਕਰਮ ਇਹੀ ਮੂੰਹ ਕਾਲਾ ਆ, ਮਾੜੀ ਸੋਚ ਇਹੀ ਮੂੰਹ ਕਾਲਾ ਆ। ਸੋਚ ਮਾੜੀ ਮੂੰਹ ਕਾਲਾ, ਕਰਮ ਮਾੜੇ ਮੂੰਹ ਕਾਲਾ। ਅਤੇ ਦਰਗਾਹ ਦੇ ਵਿੱਚ ਜਦੋਂ ਇਹ ਜਾਂਦਾ ਨਾ, ਜੇ ਇੱਥੇ ਮਾੜੇ ਕਰਮ ਕੀਤੇ ਨੇ, ਨਿੰਦਿਆ ਛੱਡੀ ਨਹੀਂ, ਅਤੇ ਮੂੰਹ ਕਾਲਾ ਲੈ ਕੇ ਜਾਂਦਾ। ਉੱਥੇ ਕਿਹੜੀ ਫੈਲ ਹੈ? ਤਾਂ ਮੂੰਹ ਦੀ ਫੈਲ ਹੈ। ਮੂੰਹ 'ਤੇ ਪਤਾ ਲੱਗ ਜਾਂਦਾ ਉਜਲਾ, ਮਤਲਬ ਕੋਈ ਦਾਗ ਹੀ ਹੈ ਨਹੀਂ ਗਾ। ਮਾੜਾ ਜਿਹਾ ਵੀ ਜੇ ਦਾਗ ਰਹਿ ਗਿਆ ਉਹਦਾ ਵੀ ਲੇਖਾ ਹੁੰਦਾ ਵੀ ਦਾਗ ਰਹਿ ਕਿੱਦਾਂ ਗਿਆ। ਇੱਦਾਂ ਦਾ ਸਿਸਟਮ ਹੈ ਦਰਗਾਹ ਦਾ। ਸੱਚੋ ਸੱਚ ਨਿਬੜਦਾ। ਉੱਥੇ ਕਹਿਣ ਦੇ ਨਾਲ ਕੋਈ ਵੱਡਾ ਨਹੀਂ ਹੋ ਸਕਦਾ ਵੀ ਕਹਿਣ ਦੇ ਨਾਲ ਵੀ ਹਾਂ ਵੀ ਉੱਥੇ ਜਾ ਕੇ ਮੈਂ ਕਹਿ ਦੂੰ ਮੈਂ ਫਲਾਨਾ ਫਲਾਨਾ, ਨਹੀਂ, ਇਹ ਨਹੀਂ ਹੋ ਸਕਦਾ। ਕਰਮ ਦੇਖੇ ਜਾਣਗੇ। ਕਰਮ ਇਕੱਲਾ ਇਹ ਥੋੜ੍ਹੀ ਹੱਥਾਂ ਪੈਰਾਂ ਨਾਲ ਕੀਤਾ। ਜੋ ਅਸੀਂ ਬੋਲਿਆ ਉਹ ਵੀ ਕਰਮ ਹੈ। ਜੋ ਮੈਂ ਮਨ ਵਿੱਚ ਸੋਚਿਆ ਉਹ ਕਰਮ ਵੱਡਾ ਕਰਮ ਹੈ। ਜੋ ਮੈਂ ਸੋਚਦਾ ਪਿਆ ਸਭ ਤੋਂ ਵੱਡਾ ਕਰਮ ਆ ਉਹ ਮੇਰੀ ਸੋਚ ਦਾ ਵੀ ਲੇਖਾ ਹੋਵੇਗਾ ਵੀ ਕੀ ਸੋਚਿਆ, ਕਿਹੜਾ ਉਧੇੜ ਬਧੇੜ ਮੈਂ ਕੀ ਕਰਦਾ ਰਿਹਾ, ਉਹ ਸਾਰਾ ਲੇਖੇ 'ਚ ਆ ਜਾਂਦਾ ਹੈ। ਇਸ ਕਰਕੇ ਉਹ ਸਮਾਂ ਉਹਦੀ ਉਸ ਸਥਿਤੀ ਦੇ ਵਿੱਚ ਲੈ ਕੇ ਲੇਖੇ ਖ਼ਤਮ ਕਰਨ ਵਾਸਤੇ ਆਏ ਹਾਂ। ਅਤੇ ਅਸੀਂ ਤਾਂ ਲੇਖੇ ਹੋਰ ਵਧਾਈ ਜਾਂਦੇ ਹਾਂ, ਪੰਡ ਹੋਰ ਭਾਰੀ ਕਰੀ ਜਾਂਦੇ ਹਾਂ। ਅਤੇ ਕਿਵੇਂ ਜਾਵਾਂਗੇ, ਕਿਵੇਂ ਸਾਡਾ ਛੁਟਕਾਰਾ ਹੋਵੇ। ਗੁਰੂ ਕਿਰਪਾ ਕਰੇ। ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਸਾਡੇ ਹਿਰਦਿਆਂ 'ਚ ਵਸਾਉਣ। ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦਿ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।
ਸਤਿਗੁਰ ਤਾਂ ਪਾਇਆ ਸਹਿ ਛੇਤੀ ਮਨ ਬਧੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ। ਹਰ ਨਾਲ ਰਹੂੰ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਣਾ। ਸਭ ਨਾਂਗਲਾਂ ਸਮਰਾ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਘਰ ਤਾਂ ਤੇਰਾ ਸਭ ਕਿਛੁ ਹੈ ਜਿਸ ਦੇਹ ਸੋ ਭਾਵੇਂ। ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ ਕਰਿਸ਼ਾਨ ਸੁਖ ਮਨੈ ਵਸਿਆ। ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ। ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈਸ ਕਹੋਂ ਤਿਤ ਕਰ ਅਨਹਦ ਵਾਜੇ। ਅਨ ਸੁਣੋ ਬਡ ਭਾਗੀਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ ਕਨੇਰੇ ਅੰਤ ਚੇਤੇ ਉਚਾ ਭਵੰਤ। ਸਮਗਰੀ ਤੁਮਰੈ ਸੂਤਰ ਧਾਰੀ। ਤੁਮ ਤੇ ਹੋਏ ਸੋ ਆਗਿਆਕਾਰੀ। ਤੁਮੇ ਤੁਮੀ ਜਾਨ ਨਾਨਕ ਦਾਸ ਠਾਕੁਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਅਰਦਾਸ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਕੀ ਸਹਾਇ ਵਾਹਿਗੁਰੂ ਜੀ ਕੀ ਪਾਤਸ਼ਾਹੀ। ਪ੍ਰਥਮ ਗਲਤੀ ਸਿਮਰਨ ਕੈ ਗੁਰੂ ਨਾਨਕ ਨੇ ਧਿਆਏ। ਧਰਮ ਗੁਰੂ ਤੇ ਅਰਦਾਸ ਰਾਮਦਾਸ ਸਾਹਿਬ। ਅੱਜ ਹਰ ਗੁਰੂ ਨੂੰ ਸਿਮਰੋ ਸ਼੍ਰੀ ਹਰਿ ਸ਼੍ਰੀ ਹਰਿ ਜੈ ਜੈ ਸ੍ਰੀ ਸਤਿ। ਏਕ ਬਹਾਦਰ ਸਿਮਰਿਆ ਕਰਨੋ ਦਿਆਗਤਾਏ ਸਤਾਈ ਸਦਾ। ਦਸਵੇਂ ਪਾਤਸ਼ਾਹ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਾਈ। ਦਸਾਂ ਪਾਤਸ਼ਾਹਾਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕੀਤਾ। ਗੁਰੂ ਜੀ